ਮੈਨੂੰ ਇਹ ਗੱਲ ਦਾ ਵਿਸ਼ਵਾਸ ਹੀ ਨਹੀਂ ਹੋਇਆ ਕਿ ਮੇਰੀ ਹਾਲਤ ਉਨੀ ਖਰਾਬ ਸੀ ਜਿੰਨੀ ਜਾਪਦੀ ਸੀ। ਮੈਨੂੰ ਕੋਈ ਹੈਰਾਨਗੀ ਨਹੀਂ ਹੋਈ, ਜਾਣ ਕੇ ਮੈਨੂੰ ਚੰਗਾ ਤਾਂ ਨਹੀਂ ਲੱਗਿਆ, ਪਰ ਹੁਣ ਮੈਨੂੰ ਕੰਮ ਦੀ ਥਾਂ ਤੇ ਹੋ ਰਹੀ ਕਠਿਨਾਈਆਂ ਦਾ ਕਾਰਨ ਸਮਝ ਆ ਗਿਆ ਸੀ। ਮੈਨੂੰ ਨਹੀਂ ਜਾਪਦਾ ਕਿ ਮੈਨੂੰ ਇਸ ਦੇ ਕਾਰਨ ਕੋਈ ਚਿੰਤਾ ਹੋਈ, ਕਿਉਂਕਿ ਮੇਰੇ ਵਿਚਾਰ ਵਿੱਚ ਮੈਂ ਬਹੁਤ ਵਧੀਆ ਮਹਿਸੂਸ ਕਰ ਰਿਹਾ ਸੀ। ਡਿਮੈਂਸ਼ੀਆ ਗਾਈਡ ਵਿੱਚ ਜੀ ਆਇਆਂ ਨੂੰ। ਇਹ ਗਾਈਡ ਅਜਿਹੇ ਲੋਕਾਂ ਲਈ ਹੈ ਜਿਨ੍ਹਾਂ ਨੂੰ ਹਾਲ ਵਿੱਚ ਹੀ ਦੱਸਿਆ ਗਿਆ ਹੋਵੇ ਕਿ ਉਹਨਾਂ ਨੂੰ ਡਿਮੈਂਸ਼ੀਆ ਹੈ। ਇਹ ਗਾਈਡ ਉਸ ਵਿਅਕਤੀ ਦੇ ਪਰਿਵਾਰ ਅਤੇ ਮਿੱਤਰਾਂ ਲਈ ਵੀ ਉਪਯੋਗੀ ਹੋ ਸਕਦੀ ਹੈ, ਕਿਉਂਕਿ ਇਸ ਵਿੱਚ ਦੇਖਭਾਲਕਰਤਾ ਲਈ ਜਾਣਕਾਰੀ ਵੀ ਹੈ। ਇਹ ਗਾਈਡ ਤੁਹਾਨੂੰ ਡਿਮੈਂਸ਼ੀਆ ਨੂੰ ਬਿਹਤਰ ਸਮਝਣ ਵਿੱਚ ਮਦਦ ਕਰੇਗੀ। ਨਾਲ ਹੀ ਇਹ ਤੁਹਾਨੂੰ ਚੰਗਾ ਜੀਵਨ ਬਿਤਾਉਣ ਅਤੇ ਭਵਿੱਖ ਬਾਰੇ ਯੋਜਨਾਵਾਂ ਬਣਾਉਣ ਬਾਰੇ ਕੁਝ ਪ੍ਰੈਕਟੀਕਲ ਗੱਲਾਂ ਵੀ ਦੱਸੇਗੀ। ਡਿਮੈਂਸ਼ੀਆ ਦੇ ਹੋਣ ਦਾ ਪਤਾ ਚੱਲਣ ਤੇ ਕਈ ਤਰ੍ਹਾਂ ਦੀਆਂ ਭਾਵਨਾਵਾਂ ਜਾਗ ਸਕਦੀਆਂ ਹਨ। ਕੁਝ ਲੋਕਾਂ ਨੂੰ ਠੇਸ, ਜਦਕਿ ਕੁਝ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ, ਕਿਉਂਕਿ ਹੁਣ ਉਹਨਾਂ ਨੂੰ ਆਪਣੀਆਂ ਕਈ ਸਮੱਸਿਆਵਾਂ ਦਾ ਕਾਰਨ ਸਮਝ ਆ ਜਾਏਗਾ। ਪਰਿਵਾਰ ਅਤੇ ਮਿੱਤਰਾਂ ਦੇ ਉੱਪਰ ਵੀ ਇਸ ਦਾ ਡੂੰਘਾ ਅਸਰ ਪੈ ਸਕਦਾ ਹੈ। ਮੇਰੇ ਅਤੇ ਮੇਰੇ ਪਰਿਵਾਰ ਦੇ ਉੱਪਰ ਨਿੱਜੀ ਤੌਰ ਤੇ ਵੀ ਡਿਮੈਂਸ਼ੀਆ ਦਾ ਅਸਰ ਪਿਆ ਹੈ। ਮੇਰੇ ਦਾਦਾ ਅਤੇ ਭੂਆ ਦੋਨਾਂ ਨੂੰ ਹੀ ਇਹ ਰੋਗ ਸੀ। ਇਸ ਨਿਦਾਨ ਨਾਲ ਨਜਿੱਠਣ ਵਿੱਚ ਹੋਣ ਵਾਲੀਆਂ ਕੁਝ ਮੁਸ਼ਕਿਲਾਂ ਤੇ ਚੁਣੌਤੀਆਂ ਨੂੰ ਮੈਂ ਸਮਝਦੀ ਹਾਂ ਅਤੇ ਇਹ ਵੀ ਸਮਝਦੀ ਹਾਂ ਕਿ ਰੋਜ਼ਾਨਾ ਜੀਵਨ ਵਿੱਚ ਤਬਦੀਲੀਆਂ ਕਿਵੇਂ ਕਰਨੀਆਂ ਨੇ ਤੇ ਸਹਾਇਤਾ ਕਿਵੇਂ ਪ੍ਰਾਪਤ ਕਰਨੀ ਹੈ। ਜਾਣਕਾਰੀ ਦੇ ਰੂਪ ਵਿੱਚ ਮਿਲਣ ਵਾਲੀ ਮਦਦ ਨੇ ਵੀ ਮੇਰੇ ਪਰਿਵਾਰ ਨੂੰ ਬੜਾ ਸਕੂਨ ਦਿੱਤਾ ਹੈ। ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਇਕੱਲੇ ਨਹੀਂ ਹੋ। UK ਵਿੱਚ ਤਕਰੀਬਨ 800,000 ਲੋਕਾਂ ਨੂੰ ਡਿਮੈਂਸ਼ੀਆ ਹੈ। ਡਿਮੈਂਸ਼ੀਆ ਦੇ ਹੁੰਦਿਆਂ ਵੀ ਚੰਗਾ ਜੀਵਨ ਬਿਤਾਇਆ ਜਾ ਸਕਦਾ ਹੈ ਅਤੇ ਤੁਹਾਡੇ ਲਈ ਅਤੇ ਤੁਹਾਡੇ ਪਰਿਵਾਰ ਲਈ ਸਹਾਇਤਾ ਮਿਲ ਸਕਦੀ ਹੈ। ਜੇ ਹੋ ਸਕੇ ਤਾਂ ਆਪਣੇ ਮਿੱਤਰਾਂ ਅਤੇ ਪਰਿਵਾਰ ਨੂੰ ਦੱਸੋ ਕਿ ਤੁਸੀਂ ਕਿੰਜ ਮਹਿਸੂਸ ਕਰ ਰਹੇ ਹੋ। ਗੱਲ ਕਰਨ ਨਾਲ ਤੁਹਾਨੂੰ ਇੱਕ ਦੂਜੇ ਨੂੰ ਸਮਝਣ ਵਿੱਚ ਮਦਦ ਮਿਲ ਸਕਦੀ ਹੈ। ਮਦਦ ਦੇ ਲਈ ਤੁਸੀਂ ਮਾਹਰ ਪੇਸ਼ੇਵਰਾਂ ਨਾਲ ਵੀ ਗੱਲ ਕਰ ਸਕਦੇ ਹੋ। ਅਲਜ਼ਾਈਮਰ ਸੁਸਾਇਟੀ ਵੱਲੋਂ ਦਿੱਤੀ ਜਾਣ ਵਾਲੀਆਂ ਸੇਵਾਵਾਂ ਬਾਰੇ ਜਾਣਕਾਰੀ ਇਸ ਗਾਈਡ ਦੇ ਆਖਿਰ ਵਿੱਚ ਮਿਲੇਗੀ, ਜਾਂ ਤੁਸੀਂ ਕੌਮੀ ਡਿਮੈਂਸ਼ੀਆ ਹੈਲਪਲਾਈਨ ਨੂੰ 0300 222 1122 ਨੰਬਰ ਤੇ ਫੋਨ ਕਰ ਸਕਦੇ ਹੋ। ਕਿਰਪਾ ਕਰਕੇ ਇਸ ਗਾਈਡ ਦੇ ਵਿਭਿੰਨ ਭਾਗਾਂ ਨੂੰ ਆਰਾਮ ਨਾਲ ਦੇਖੋ। ਮਾਹਰ ਪੇਸ਼ੇਵਰਾਂ, ਡਿਮੈਂਸ਼ੀਆ ਨਾਲ ਜੀ ਰਹੇ ਲੋਕਾਂ ਅਤੇ ਉਹਨਾਂ ਦੇ ਪਰਿਵਾਰਾਂ, ਕਈ ਤਰ੍ਹਾਂ ਦੇ ਲੋਕਾਂ ਦੀਆਂ ਗੱਲਾਂ ਤੁਸੀਂ ਸੁਣੋਗੇ। ਡਿਮੈਂਸ਼ੀਆ ਦੇ ਹੁੰਦਿਆਂ ਵੀ ਚੰਗਾ ਜੀਵਨ ਬਿਤਾਇਆ ਜਾ ਸਕਦਾ ਹੈ ਤੇ ਤੁਹਾਨੂੰ ਇਸ ਬਿਮਾਰੀ ਦਾ ਮੁਕਾਬਲਾ ਇਕੱਲੇ ਕਰਨ ਦੀ ਲੋੜ ਨਹੀਂ ਹੈ। ਸਾਡਾ ਪਤੀ ਪਤਨੀ ਦਾ ਜੋੜਾ ਬਹੁਤ ਮਜ਼ਬੂਤ ਹੈ। ਹਰ ਗੱਲ ਵਿੱਚ ਅਸੀਂ ਚੰਗਾ ਹੀ ਲੋੜਦੇ ਹਾਂ, ਪਰ ਅਸੀਂ ਤਾਂ ਇੱਕਦਮ ਟੁੱਟ ਹੀ ਗਏ ਸੀ। ਮੈਨੂੰ ਤਾਂ ਇਸ ਨਾਲ ਸੱਚਮੁੱਚ ਰਾਹਤ ਮਿਲੀ, ਕਿਉਂਕਿ ਬਿਮਾਰੀ ਦਾ ਪਤਾ ਲੱਗਣ ਤੇ ਉਸ ਦੇ ਵਤੀਰੇ ਹੋਣ ਦੇ ਕਾਰਨ ਸਮਝ ਆ ਗਏ। ਪਰ ਮੈਨੂੰ ਨਹੀਂ ਜਾਪਦਾ ਕਿ ਉਸ ਨੂੰ ਕੋਈ ਰਾਹਤ ਮਿਲੀ, ਕਿਉਂਕਿ ਸ਼ਾਇਦ ਉਸ ਨੂੰ ਵਿਸ਼ਵਾਸ ਹੀ ਨਹੀਂ ਹੋਇਆ ਕਿ ਉਸ ਦੀ ਯਾਦਦਾਸ਼ਤ ਵਿੱਚ ਕੋਈ ਖਰਾਬੀ ਸੀ। ਕਈ ਲੋਕ ਕਹਿੰਦੇ ਹਨ ਕਿ ਜੇ ਇਸ ਰੋਗ ਦਾ ਕੋਈ ਇਲਾਜ ਹੀ ਨਹੀਂ ਹੈ ਤਾਂ ਨਿਦਾਨ ਦਾ ਕੀ ਫਾਇਦਾ। ਪਰ ਮੈਨੂੰ ਨਿਦਾਨ ਦੀ ਖੁਸ਼ੀ ਹੋਈ। ਰੋਗ ਦਾ ਪਤਾ ਚੱਲਣ ਦੇ ਬਾਅਦ ਹੁਣ ਅਸੀਂ ਆਪਣੇ ਬਚੇ ਖੁਚੇ ਜੀਵਨ ਲਈ ਕੋਈ ਯੋਜਨਾ ਤਾਂ ਬਣਾ ਸਕਦੇ ਹਾਂ, ਜਾਂ ਬਣਾਉਣ ਦੀ ਕੋਸ਼ਿਸ਼ ਤਾਂ ਕਰ ਸਕਦੇ ਹਾਂ। ਡਿਮੈਂਸ਼ੀਆ ਕਈ ਬਿਮਾਰੀਆਂ ਲਈ ਸਮੁੱਚੇ ਤੌਰ ਤੇ ਵਰਤਿਆ ਜਾਣ ਵਾਲਾ ਸ਼ਬਦ ਹੈ। ਇਹ ਕਿਸੇ ਇੱਕ ਤਕਲੀਫ ਦਾ ਨਾਂ ਨਹੀਂ ਹੈ। ਕਈ ਲੋਕਾਂ ਨੇ ਅਲਜ਼ਾਈਮਰ ਰੋਗ ਦਾ ਨਾਂ ਸੁਣਿਆ ਹੋਵੇਗਾ, ਜੋ ਡਿਮੈਂਸ਼ੀਆ ਦੀ ਇੱਕ ਕਿਸਮ ਹੈ। ਲੋਕ ਭਾਵੇਂ ਜੋ ਵੀ ਸੋਚਣ, ਪਰ ਡਿਮੈਂਸ਼ੀਆ ਉਮਰ ਦੇ ਵਧਣ ਦਾ ਸੁਭਾਵਿਕ ਹਿੱਸਾ ਨਹੀਂ ਹੈ। ਡਿਮੈਂਸ਼ੀਆ ਤਾਂ ਹੁੰਦਾ ਹੈ ਜਦ ਦਿਮਾਗ ਤੇ ਇੱਕ ਬਿਮਾਰੀ ਦਾ ਅਸਰ ਹੁੰਦਾ ਹੈ। ਵੱਖ-ਵੱਖ ਲੋਕਾਂ ਤੇ ਡਿਮੈਂਸ਼ੀਆ ਦਾ ਅਸਰ ਵੱਖ-ਵੱਖ ਹੁੰਦਾ ਹੈ ਅਤੇ ਇਸ ਦੇ ਕਈ ਤਰ੍ਹਾਂ ਦੇ ਲੱਛਣ ਹੋ ਸਕਦੇ ਹਨ। ਇਹਨਾਂ ਵਿੱਚ ਯਾਦਾਸ਼ਤ, ਸੋਚਣ, ਧਿਆਨ ਕੇਂਦਰਿਤ ਕਰਨ ਅਤੇ ਭਾਸ਼ਾ ਨਾਲ ਜੁੜੀਆਂ ਤਕਲੀਫਾਂ ਸ਼ਾਮਿਲ ਹਨ। ਲੋਕ ਉਲਝਣ ਵਿੱਚ ਪੈ ਸਕਦੇ ਹਨ ਜਾਂ ਗੱਲਾਂ ਦੀ ਸੋਝੀ ਵਿੱਚ ਉਹਨਾਂ ਨੂੰ ਕਠਿਨਾਈ ਹੋ ਸਕਦੀ ਹੈ। ਡਿਮੈਂਸ਼ੀਆ ਦੇ ਕਾਰਨ ਮੂਡ ਜਾਂ ਭਾਵਨਾਵਾਂ ਵਿੱਚ ਵੀ ਤਬਦੀਲੀਆਂ ਆ ਸਕਦੀਆਂ ਹਨ ਅਤੇ ਵਿਅਕਤੀ ਦੇ ਵਿਵਹਾਰ ਦੇ ਉੱਪਰ ਅਸਰ ਪੈ ਸਕਦਾ ਹੈ। ਬਦਕਿਸਮਤੀ ਨਾਲ ਡਿਮੈਂਸ਼ੀਆ ਵਧਨਸ਼ੀਲ ਹੈ ਅਤੇ ਸਮੇਂ ਦੇ ਨਾਲ ਇਸ ਦੇ ਲੱਛਣ ਹੋਰ ਵਿਗੜ ਸਕਦੇ ਹਨ।
ਡਿਮੈਂਸ਼ੀਆ ਦੀਆਂ 100 ਤੋਂ ਵੱਧ ਕਿਸਮਾਂ ਹਨ। ਸਭ ਤੋਂ ਆਮ ਕਿਸਮਾਂ ਅਲਜ਼ਾਈਮਰ ਰੋਗ ਅਤੇ ਖੂਨ ਦੀਆਂ ਨਾੜੀਆਂ ਸੰਬੰਧੀ ਡਿਮੈਂਸ਼ੀਆ ਹਨ। ਕਈ ਲੋਕਾਂ ਨੂੰ ਇਹਨਾਂ ਦਾ ਮਿਲਿਆ ਜੁਲਿਆ ਰੂਪ, ਜਿਸ ਨੂੰ ਮਿਸ਼ਰਿਤ ਡਿਮੈਂਸ਼ੀਆ ਕਹਿੰਦੇ ਹਨ, ਹੁੰਦਾ ਹੈ। ਲੇਵੀ ਬਣਤਰਾਂ ਵਾਲਾ ਡਿਮੈਂਸ਼ੀਆ ਅਤੇ ਦਿਮਾਗ ਦੇ ਅਗਲੇ ਤੇ ਕਨਪਟੀ ਵਾਲੇ ਹਿੱਸੇ ਵੱਲ ਡਿਮੈਂਸ਼ੀਆ ਘੱਟ ਆਮ ਪਾਏ ਜਾਂਦੇ ਹਨ। ਵਿਗਿਆਨੀ ਹਾਲਾਂ ਵੀ ਇਸ ਗੱਲ ਦਾ ਕਾਰਨ ਪਤਾ ਲਗਾਉਣ ਲਈ ਅਧਿਐਨ ਕਰ ਰਹੇ ਹਨ ਕਿ ਡਿਮੈਂਸ਼ੀਆ ਕੁਝ ਲੋਕਾਂ ਨੂੰ ਹੁੰਦਾ ਹੈ ਅਤੇ ਕੁਝ ਲੋਕਾਂ ਨੂੰ ਨਹੀਂ। ਸਾਨੂੰ ਇਹ ਪਤਾ ਹੈ ਕਿ ਅਜਿਹਾ ਉਮਰ, ਜੀਣਾ, ਸਿਹਤ ਅਤੇ ਜੀਉਣ ਦੇ ਤਰੀਕੇ ਦੇ ਉੱਪਰ ਨਿਰਭਰ ਕਰਦਾ ਹੈ। ਯੂਕੇ ਵਿੱਚ ਤਕਰੀਬਨ 8 ਲੱਖ ਲੋਕਾਂ ਨੂੰ ਡਿਮੈਂਸ਼ੀਆ ਹੈ। ਉਮਰ ਦੇ ਨਾਲ ਡਿਮੈਂਸ਼ੀਆ ਹੋਣ ਦੀ ਸੰਭਾਵਨਾ ਕਾਫੀ ਵੱਧ ਜਾਂਦੀ ਹੈ। 65 ਤੋਂ ਵੱਧ ਉਮਰ ਵਾਲੇ ਹਰ 14 ਵਿਅਕਤੀਆਂ ਵਿੱਚ ਇੱਕ ਨੂੰ ਅਤੇ 80 ਤੋਂ ਵੱਧ ਉਮਰ ਵਾਲੇ 6 ਵਿਅਕਤੀਆਂ ਵਿੱਚੋਂ ਇੱਕ ਨੂੰ ਡਿਮੈਂਸ਼ੀਆ ਹੈ। ਹਾਲਾਂਕਿ ਡਿਮੈਂਸ਼ੀਆ ਵਾਲੇ ਜ਼ਿਆਦਾਤਰ ਲੋਕ ਵੱਡੀ ਉਮਰ ਦੇ ਹੁੰਦੇ ਹਨ, ਪਰ ਇਹ ਬਿਮਾਰੀ ਘੱਟ ਉਮਰ ਵਾਲੇ ਕਈ ਲੋਕਾਂ ਤੇ ਵੀ ਅਸਰ ਕਰਦੀ ਹੈ। 65 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਹੋਣ ਵਾਲੇ ਡਿਮੈਂਸ਼ੀਆ ਨੇ ਛੇਤੀ ਸ਼ੁਰੂ ਹੋਣ ਵਾਲਾ ਜਾਂ ਘੱਟ ਉਮਰ ਵਿੱਚ ਸ਼ੁਰੂ ਹੋਣ ਵਾਲਾ ਡਿਮੈਂਸ਼ੀਆ ਕਹਿੰਦੇ ਹਨ। ਮੈਨੂੰ ਅੱਜ ਵੀ ਚੰਗੀ ਤਰ੍ਹਾਂ ਯਾਦ ਹੈ, ਜਿਵੇਂ ਹੀ ਹਿਲਰੀ ਘਰ ਵਿੱਚ ਵੜੀ, ਉਹਦਾ ਚਿਹਰਾ ਦੇਖ ਕੇ ਮੈਂ ਸਮਝ ਗਿਆ ਕਿ ਕੁਝ ਗੜਬੜ ਹੈ। ਮੈਂ ਉਸ ਨੂੰ ਪੁੱਛਿਆ, ਕੀ ਗੱਲ ਹੈ? ਉਸਨੇ ਕਿਹਾ, ਬਿਹਤਰ ਹੈ ਮੈਂ ਦੱਸ ਦਵਾਂ, ਮੈਨੂੰ ਅਲਜ਼ਾਈਮਰ ਰੋਗ ਹੈ। ਬੀਤੇ ਦਿਨਾਂ ਬਾਰੇ ਸੋਚਦੇ ਹੋਏ ਮੈਂ ਵੇਖਦੀ ਹਾਂ ਕਿ ਮੇਰੇ ਵਿੱਚ ਤਬਦੀਲੀਆਂ 15 ਸਾਲ ਪਹਿਲਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ, ਪਰ ਉਸ ਹੱਦ ਤੱਕ ਨਹੀਂ ਕਿ ਮੈਨੂੰ ਪਰੇਸ਼ਾਨ ਕਰਨ। ਪਰ ਇੱਕ ਘਟਨਾ ਨੇ ਪਿਛਲੇ ਸਾਲ ਮੈਨੂੰ ਡਾਕਟਰ ਕੋਲ ਜਾਣ ਅਤੇ ਨਿਦਾਨ ਕਰਾਉਣ ਲਈ ਮਜਬੂਰ ਕਰ ਦਿੱਤਾ। ਹੋਇਆ ਇਹ ਕਿ ਕਿਸੇ ਨਵੇਂ ਵਿਅਕਤੀ ਨਾਲ ਮੀਟਿੰਗ ਹੋਈ, ਆਮਣੇ ਸਾਹਮਣੇ, ਕਾਫੀ ਲੰਬੀ ਮੀਟਿੰਗ ਅਤੇ ਕਾਫੀ ਤੜਲੇਦਾਰ। ਕੁਝ ਹਫ਼ਤਿਆਂ ਬਾਅਦ ਮੈਂ ਕਿਸੇ ਕਾਨਫਰੰਸ ਵਿੱਚ ਹਿੱਸਾ ਲੈਣ ਗਈ। ਉੱਥੇ ਇਹ ਆਦਮੀ ਮੇਰੇ ਕੋਲ ਆਇਆ ਤੇ ਮੈਨੂੰ ਕਿਹਾ, ਹੈਲੋ ਹਿਲਰੀ, ਕੀ ਹਾਲ ਹੈ? ਮੈਂ ਉਸ ਨੂੰ ਬਿਲਕੁਲ ਨਹੀਂ ਪਛਾਣ ਸਕੀ। ਇਹ ਬੜੀ ਅਜੀਬ ਗੱਲ ਸੀ, ਕਿਸੇ ਦੇ ਨਾਲ ਆਮਣੇ ਸਾਹਮਣੇ ਬੈਠ ਕੇ 2 ਘੰਟੇ ਗੱਲਾਂ ਕਰਨਾ, ਪਰ ਕੁਝ ਹਫ਼ਤਿਆਂ ਬਾਅਦ ਹੀ ਉਸ ਨੂੰ ਬਿਲਕੁਲ ਹੀ ਨਾ ਪਛਾਣ ਸਕਣਾ। ਐਸੇ ਗੱਲ ਨੇ ਮੈਨੂੰ ਪਿਛਲੇ ਸਾਲ ਡਾਕਟਰ ਕੋਲ ਜਾਣ ਲਈ ਪ੍ਰੇਰਿਤ ਕੀਤਾ। ਅਤੇ ਟੈਸਟਾਂ ਅਤੇ ਦਿਮਾਗ ਦੇ ਸਕੈਨ ਤੋਂ ਪਤਾ ਚੱਲਿਆ ਕਿ ਮੈਨੂੰ ਛੇਤੀ ਸ਼ੁਰੂ ਹੋਣ ਵਾਲਾ ਅਲਜ਼ਾਈਮਰਜ਼ ਰੋਗ ਹੈ। ਡਿਮੈਂਸ਼ੀਆ ਬਾਰੇ ਹੋਰ ਜਾਣਕਾਰੀ ਲੈਣ ਲਈ alzheimers.org.uk/about-dementia ਤੇ ਜਾਓ। You can live your life. ਤੁਹਾਨੂੰ ਮਿਲਣ ਵਾਲੇ ਇਲਾਜ ਨਾਲ ਤੁਸੀਂ ਜੀਵਨ ਬਿਤਾ ਸਕਦੇ ਹੋ। ਸਾਨੂੰ ਦਿੱਤੀ ਜਾਣ ਵਾਲੀਆਂ ਦਵਾਈਆਂ ਨਾਲ ਮੇਰੇ ਖਿਆਲ ਵਿੱਚ ਸਾਨੂੰ ਫਾਇਦਾ ਹੀ ਹੋ ਰਿਹਾ ਹੋਵੇਗਾ। ਮੈਨੂੰ ਪਤਾ ਹੈ ਕਿ ਮੈਂ ਦਵਾਈ ਲੈ ਰਿਹਾ ਹਾਂ, ਪਰ ਮੈਂ ਇਸ ਦੇ ਬਾਰੇ ਸੋਚਦਾ ਨਹੀਂ ਹਾਂ। ਮੇਰੇ ਖਿਆਲ ਵਿੱਚ ਇਸ ਨਾਲ ਕੁਝ ਮਦਦ ਹੀ ਮਿਲ ਰਹੀ ਹੋਵੇਗੀ, ਕਿਉਂਕਿ ਮੈਨੂੰ ਇਸ ਦੇ ਬਾਰੇ ਕੋਈ ਚਿੰਤਾ ਨਹੀਂ ਹੈ। ਡਿਮੈਂਸ਼ੀਆ ਨੂੰ ਠੀਕ ਕਰਨ ਵਾਲੇ ਕਿਸੇ ਇਲਾਜ ਦਾ ਹਾਲਾਂ ਤੱਕ ਪਤਾ ਨਹੀਂ ਹੈ। ਦੁਨੀਆ ਭਰ ਦੇ ਵਿਗਿਆਨੀ ਅਜਿਹੇ ਇਲਾਜ ਦੀ ਖੋਜ ਵਿੱਚ ਹਨ, ਪਰ ਕਈ ਅਜਿਹੀਆਂ ਦਵਾਈਆਂ ਜ਼ਰੂਰ ਮੌਜੂਦ ਹਨ ਜੋ ਕੁਝ ਸਮੇਂ ਲਈ ਕੁਝ ਲੱਛਣਾਂ ਨੂੰ ਬਿਹਤਰ ਬਣਾਉਣ ਜਾਂ ਬਦਤਰ ਹੋਣ ਤੋਂ ਰੋਕਣ ਵਿੱਚ ਮਦਦ ਕਰ ਸਕਦੀਆਂ ਹਨ। ਇਹ ਗੱਲ ਡਿਮੈਂਸ਼ੀਆ ਦੀ ਕਿਸਮ ਦੇ ਉੱਪਰ ਨਿਰਭਰ ਕਰਦੀ ਹੈ। ਜਿਨ੍ਹਾਂ ਲੋਕਾਂ ਨੂੰ ਅਲਜ਼ਾਈਮਰ ਰੋਗ ਜਾਂ ਮਿਸ਼ਰਿਤ, ਜਿਸ ਵਿੱਚ ਅਲਜ਼ਾਈਮਰ ਰੋਗ ਮੁੱਖ ਕਾਰਨ ਹੋਵੇ, ਹੁੰਦਾ ਹੈ, ਉਹਨਾਂ ਨੂੰ ਆਮ ਤੌਰ ਤੇ ਇਹਨਾਂ 4 ਦਵਾਈਆਂ ਵਿੱਚੋਂ ਇੱਕ ਦਵਾਈ ਦਿੱਤੀ ਜਾਂਦੀ ਹੈ: ਡੋਨਾਪਾਜ਼ਲ, ਰਿਵੇਸਟਿਗਿਮਿਨ, ਗਲੈਂਟਾਮਿਨ ਜਾਂ ਮੈਮੈਂਟਿਨ। ਇਹਨਾਂ ਦੇ ਪ੍ਰਚਲਿਤ ਬ੍ਰਾਂਡ ਨਾਂ ਐਰੀਸੈਪਟ, ਐਕਸਿਲੋਨ, ਰੈਮਿਨਲ ਜਾਂ ਐਬਿਕਸਾ ਹਨ, ਪਰ ਇਹਨਾਂ ਦੇ ਇਲਾਵਾ ਹੋਰ ਬ੍ਰਾਂਡ ਨਾਂ ਵੀ ਹਨ। ਇਹ ਦਵਾਈਆਂ ਦਿਮਾਗ ਵਿੱਚ ਹੋਣ ਵਾਲੀਆਂ ਉਹਨਾਂ ਭੌਤਿਕ ਤਬਦੀਲੀਆਂ ਦਾ ਮੁਕਾਬਲਾ ਕਰਨ ਵਿੱਚ ਮਦਦ ਕਰਦੀਆਂ ਹਨ, ਜਿਨ੍ਹਾਂ ਦੇ ਕਾਰਨ ਡਿਮੈਂਸ਼ੀਆ ਹੁੰਦਾ ਹੈ।
ਡੋਨਾਪਾਜ਼ਲ, ਰਿਵੈਸਟਗਮੈਨ, ਗਲੈਂਟਾਮਿਨ ਆਮ ਤੌਰ ਤੇ ਉਹਨਾਂ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਮਾਮੂਲੀ ਤੋਂ ਵਿਚਕਾਰ ਵਾਲੇ ਦਰਜ ਦਾ ਅਲਜ਼ਾਈਮਰ ਰੋਗ ਜਾਂ ਮਿਸ਼ਰਿਤ ਡਿਮੈਂਸ਼ੀਆ ਹੁੰਦਾ ਹੈ। ਕੁਝ ਲੋਕਾਂ ਵਿੱਚ ਇਹ ਦਵਾਈਆਂ ਕੁਝ ਸਮੇਂ ਲਈ ਉਹਨਾਂ ਦੇ ਲੱਛਣਾਂ ਨੂੰ ਘੱਟ ਕਰਦੀਆਂ ਹਨ। ਸੰਭਾਵੀ ਲਾਭਾਂ ਵਿੱਚ ਪ੍ਰੇਰਣਾ, ਬੇਚੈਨੀ ਦੇ ਪੱਧਰਾਂ, ਆਤਮ ਵਿਸ਼ਵਾਸ, ਰੋਜ਼ਾਨਾ ਜੀਵਨ, ਯਾਦਾਸ਼ਤ ਅਤੇ ਸੋਚ ਵਿੱਚ ਸੁਧਾਰ ਸ਼ਾਮਲ ਹਨ। ਸ਼ੁਰੂ ਵਿੱਚ ਇਹ ਦਵਾਈਆਂ ਦੇਣ ਦੀ ਸਿਫਾਰਿਸ਼ ਕੋਈ ਵਿਸ਼ੇਸ਼ੱਗ ਜਿਵੇਂ ਯਾਦਾਸ਼ਤ ਕਲੀਨਿਕ ਵਿੱਚ ਕੋਈ ਸਲਾਹਕਾਰ ਕਰਦਾ ਹੈ। ਜੇ ਇਹਨਾਂ ਤਿੰਨਾਂ ਵਿੱਚੋਂ ਕਿਸੇ ਇੱਕ ਦਵਾਈ ਦੇ ਗੰਭੀਰ ਮਾੜੇ ਅਸਰ ਹੁੰਦੇ ਹਨ ਤਾਂ ਉਸ ਦੀ ਥਾਂ ਤੇ ਦੂਜੀ ਦਵਾਈਆਂ ਨੂੰ ਅਜ਼ਮਾਇਆ ਜਾ ਸਕਦਾ ਹੈ। ਜਿਨ੍ਹਾਂ ਲੋਕਾਂ ਨੂੰ ਵਿਚਕਾਰ ਵਾਲੇ ਦਰਜੇ ਦਾ ਅਲਜ਼ਾਈਮਰ ਰੋਗ ਹੈ ਪਰ ਉਹ ਉੱਪਰ ਦੱਸੀਆਂ ਹੋਈਆਂ 3 ਦਵਾਈਆਂ ਵਿੱਚੋਂ ਕੋਈ ਵੀ ਦਵਾਈ ਮਿਸਾਲ ਲਈ ਉਹਨਾਂ ਦੇ ਮਾੜੇ ਅਸਰਾਂ ਦੇ ਕਾਰਨ ਨਹੀਂ ਲੈ ਸਕਦੇ ਤਾਂ ਉਹਨਾਂ ਨੂੰ ਮੈਮੈਂਟਿਨ, ਜਿਸ ਦਾ ਬ੍ਰਾਂਡ ਨਾਂ ਐਬਿਕਸਾ ਹੈ, ਦਿੱਤੀ ਜਾ ਸਕਦੀ ਹੈ। ਅੱਜਕੱਲ੍ਹ ਅਲਜ਼ਾਈਮਰ ਰੋਗ ਦੇ ਆਖਰੀ ਪੜਾਵਾਂ ਵਿੱਚ ਜਦ ਲੱਛਣ ਗੰਭੀਰ ਹੋ ਜਾਂਦੇ ਹਨ, ਮੈਮੈਂਟਿਨ ਦੇਣਾ ਜ਼ਿਆਦਾ ਪ੍ਰਚਲਿਤ ਹੁੰਦਾ ਜਾ ਰਿਹਾ ਹੈ। ਮੈਮੈਂਟਿਨ ਦਾ ਲਾਭ ਇਹ ਹੈ ਕਿ ਇਹ ਦਵਾਈ ਅਲਜ਼ਾਈਮਰ ਰੋਗ ਦੇ ਵਿਚਕਾਰਲੇ ਅਤੇ ਉਸ ਦੇ ਬਾਅਦ ਵਾਲੇ ਪੜਾਵਾਂ ਵਾਲੇ ਲੋਕਾਂ ਵਿੱਚ ਕੁਝ ਸਮੇਂ ਲਈ ਲੱਛਣਾਂ ਦੇ ਵਧਣ ਦੀ ਰਫ਼ਤਾਰ ਘੱਟ ਕਰ ਦਿੰਦੀ ਹੈ। ਡਿਮੈਂਸ਼ੀਆ ਦੇ ਬਾਅਦ ਵਾਲੇ ਪੜਾਵਾਂ ਵਿੱਚ ਜ਼ਿਆਦਾ ਆਮ ਪਾਏ ਜਾਣ ਵਾਲੇ ਉਤੇਜਨਾ ਵਾਲੇ ਅਤੇ ਆਕਰਮਣਸ਼ੀਲ ਵਤੀਰੇ ਨੂੰ ਕਾਬੂ ਕਰਨ ਵੀ ਇਹ ਦਵਾਈ ਮਦਦ ਕਰ ਸਕਦੀ ਹੈ। ਅਲਜ਼ਾਈਮਰ ਦੇ ਰੋਗ ਲਈ 4 ਦਵਾਈਆਂ ਜਿਨ੍ਹਾਂ ਦਾ ਜ਼ਿਕਰ ਮੈਂ ਹੁਣੇ ਕੀਤਾ ਹੈ ਖੂਨ ਦੀਆਂ ਨਾੜੀਆਂ ਸੰਬੰਧੀ ਡਿਮੈਂਸ਼ੀਆ ਵਾਲੇ ਲੋਕਾਂ ਲਈ ਅਸਰਦਾਰ ਨਹੀਂ। ਖੂਨ ਦੀਆਂ ਨਾੜੀਆਂ ਸੰਬੰਧੀ ਅਸਰ ਵਾਲੇ ਲੋਕਾਂ ਨੂੰ ਇਹ ਦਵਾਈਆਂ ਤਾਂ ਹੀ ਦਿੱਤੀਆਂ ਜਾਂਦੀਆਂ ਹਨ ਜਦ ਇਹ ਡਿਮੈਂਸ਼ੀਆ ਅਲਜ਼ਾਈਮਰ ਰੋਗ ਦੇ ਨਾਲ ਮਿਲ ਕੇ ਮਿਸ਼ਰਿਤ ਡਿਮੈਂਸ਼ੀਆ ਹੋਵੇ। ਖੂਨ ਦੀਆਂ ਨਾੜੀਆਂ ਸੰਬੰਧੀ ਡਿਮੈਂਸ਼ੀਆ ਦੇ ਅੰਦਰੂਨੀ ਕਾਰਨਾਂ ਦੇ ਇਲਾਜ ਕਰਨ ਦੇ ਨਾਲ ਇਸ ਡਿਮੈਂਸ਼ੀਆ ਦੇ ਵਧਣ ਦੀ ਰਫ਼ਤਾਰ ਨੂੰ ਘੱਟ ਕਰਨਾ ਮੁਮਕਿਨ ਹੋ ਸਕਦਾ ਹੈ। ਇਸ ਲਈ ਖੂਨ ਦੀਆਂ ਨਾੜੀਆਂ ਸੰਬੰਧੀ ਡਿਮੈਂਸ਼ੀਆ ਵਾਲੇ ਜਿਨ੍ਹਾਂ ਲੋਕਾਂ ਨੂੰ ਸਟ੍ਰੋਕ ਦਾ ਖਤਰਾ ਹੁੰਦਾ ਹੈ, ਜੀਪੀ ਅਕਸਰ ਉਹਨਾਂ ਨੂੰ ਉੱਚੇ ਬਲੱਡ ਪ੍ਰੈਸ਼ਰ, ਉੱਚੇ ਕੋਲੇਸਟ੍ਰੋਲ, ਡਾਇਬੀਟੀਜ਼ ਜਾਂ ਦਿਲ ਦੀਆਂ ਬਿਮਾਰੀਆਂ ਦੇ ਇਲਾਜ ਲਈ ਦਵਾਈਆਂ ਦੇਵੇਗਾ। ਬਹੁਤ ਸਾਰੇ ਮਾਮਲਿਆਂ ਵਿੱਚ ਉਹ ਪਹਿਲਾਂ ਤੋਂ ਹੀ ਇਹਨਾਂ ਬਿਮਾਰੀਆਂ ਨੂੰ ਕਾਬੂ ਵਿੱਚ ਰੱਖਣ ਲਈ ਦਵਾਈਆਂ ਲੈ ਰਹੇ ਹੁੰਦੇ ਹਨ। ਜੇ ਉਹਨਾਂ ਨੂੰ ਦ੍ਰਿਸ਼ਟੀਗਤ ਮਨੋਭ੍ਰਾਂਤੀ, ਹੈਲੂਸੀਨੇਸ਼ਨਜ਼ ਵਰਗੇ ਗੰਭੀਰ ਲੱਛਣ ਹੋ ਰਹੇ ਹਨ ਜਿਸ ਵਿੱਚ ਉਹ ਅਜਿਹੀਆਂ ਚੀਜ਼ਾਂ ਵੇਖਦੇ ਹਨ ਜੋ ਅਸਲ ਵਿੱਚ ਮੌਜੂਦ ਨਹੀਂ ਹੁੰਦੀਆਂ, ਜਾਂ ਉਹ ਵਹਿਮਾਂ ਦੇ ਸ਼ਿਕਾਰ ਹੁੰਦੇ ਹਨ ਜਿਸ ਵਿੱਚ ਉਹ ਅਜਿਹੀਆਂ ਗੱਲਾਂ ਵਿੱਚ ਵਿਸ਼ਵਾਸ ਕਰਦੇ ਹਨ ਜੋ ਸੱਚ ਨਹੀਂ ਹੁੰਦੀਆਂ, ਤਾਂ ਲੇਵੀ ਬੰਤਰਾਂ ਵਾਲੇ ਡਿਮੈਂਸ਼ੀਆ ਵਾਲੇ ਲੋਕਾਂ ਨੂੰ 3 ਅਲਜ਼ਾਈਮਰ ਰੋਗ ਰੋਕੂ ਦਵਾਈਆਂ ਡੋਨਾਪਾਜ਼ਲ, ਰਿਵੈਸਟਗਮਿਨ ਜਾਂ ਗਲੈਂਟਾਮਿਨ ਵਿੱਚੋਂ ਇੱਕ ਨਾਲ ਫਾਇਦਾ ਹੋ ਸਕਦਾ ਹੈ। ਦਿਮਾਗ ਦੇ ਅਗਲੇ ਅਤੇ ਕਨਪਟੀ ਵਾਲੇ ਹਿੱਸੇ ਦੇ ਡਿਮੈਂਸ਼ੀਆ ਲਈ ਅਲਜ਼ਾਈਮਰ ਰੋਗ ਰੋਕੂ ਦਵਾਈਆਂ ਦਾ ਕੋਈ ਫਾਇਦਾ ਨਹੀਂ ਹੋਇਆ ਪਾਇਆ ਗਿਆ, ਬਲਕਿ ਉਹ ਨੁਕਸਾਨਦੇਹ ਹੀ ਹੋ ਸਕਦੀਆਂ ਹਨ। ਇਸ ਲਈ ਉਹਨਾਂ ਦਵਾਈਆਂ ਦੀ ਸਿਫਾਰਿਸ਼ ਨਹੀਂ ਕਰਨੀ ਚਾਹੀਦੀ। ਵਿਵਹਾਰ ਨਾਲ ਜੁੜੇ ਦਿਮਾਗ ਦੇ ਅਗਲੇ ਅਤੇ ਕਨਪਟੀ ਵਾਲੇ ਹਿੱਸੇ ਦੇ ਡਿਮੈਂਸ਼ੀਆ ਵਾਲੇ ਲੋਕਾਂ ਨੂੰ ਆਮ ਤੌਰ ਤੇ ਡਿਪਰੈਸ਼ਨ ਰੋਕੂ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਇਸ ਨਾਲ ਉਹਨਾਂ ਦੇ ਗੈਰ ਵਾਜਿਬ ਤੇ ਸਨਕੀ ਜਾਂ ਵਹਿਮੀ ਵਿਵਹਾਰ ਵਿੱਚ ਕੁਝ ਹੱਦ ਤੱਕ ਕਮੀ ਆ ਸਕਦੀ ਹੈ। ਜਿਵੇਂ ਕਿ ਕਈ ਦੂਜੀਆਂ ਦਵਾਈਆਂ ਨਾਲ ਹੁੰਦਾ ਹੈ, ਡਿਮੈਂਸ਼ੀਆ ਦੇ ਇਲਾਜ ਲਈ ਵਰਤੀ ਜਾਣ ਵਾਲੀਆਂ ਦਵਾਈਆਂ ਦੇ ਵੀ ਮਾੜੇ ਅਸਰ ਹੋ ਸਕਦੇ ਹਨ। ਮਿਸਾਲ ਵਜੋਂ ਡੋਨਾਪਾਜ਼ਲ ਦੇ ਕਾਰਨ ਜੀ ਕੱਚਾ ਹੋ ਸਕਦਾ ਹੈ ਜਾਂ ਦਸਤ ਲੱਗ ਸਕਦੇ ਹਨ। ਮਾੜੇ ਅਸਰਾਂ ਬਾਰੇ ਹੋਰ ਜਾਣਕਾਰੀ ਲਈ ਆਪਣੀ ਜੀਪੀ ਨਾਲ ਗੱਲ ਕਰੋ। ਡਿਮੈਂਸ਼ੀਆ ਦੇ ਇਲਾਜ ਜਾਂ ਪ੍ਰਬੰਧਨ ਲਈ ਸਿਰਫ ਦਵਾਈਆਂ ਇੱਕੋ ਇੱਕ ਤਰੀਕਾ ਨਹੀਂ ਹਨ। ਕਈ ਹੋਰ ਅਜਿਹੇ ਤਰੀਕੇ ਹਨ ਜੋ ਲੋਕਾਂ ਨੂੰ ਚੰਗਾ ਜੀਵਨ ਬਿਤਾਉਣ ਵਿੱਚ ਮਦਦ ਕਰ ਸਕਦੇ ਹਨ। ਗੱਲਬਾਤ ਵਾਲੇ ਉਪਚਾਰ ਜਿਵੇਂ ਸਲਾਹਕਾਰੀ ਜਾਂ ਮਨੋਚਿਕਿਤਸਕ ਲੋਕਾਂ ਨੂੰ ਕਿਸੇ ਯੋਗਤਾ ਪ੍ਰਾਪਤ ਪੇਸ਼ੇਵਰ ਨਾਲ ਇਕਾਂਤ ਵਿੱਚ ਆਪਣੀਆਂ ਅਜਿਹੀਆਂ ਸਮੱਸਿਆਵਾਂ ਜਾਂ ਮੁੱਦਿਆਂ ਬਾਰੇ ਗੱਲ ਕਰਨ ਦਾ ਮੌਕਾ ਦਿੰਦੇ ਹਨ ਜੋ ਉਹਨਾਂ ਨੂੰ ਪਰੇਸ਼ਾਨ ਕਰ ਰਹੇ ਹੁੰਦੇ ਹਨ। ਇਹ ਉਪਚਾਰ ਵਿਅਕਤੀ ਨੂੰ ਆਪਣੀ ਤਕਲੀਫ ਨਾਲ ਸਮਝੌਤਾ ਕਰਨ ਅਤੇ ਡਿਮੈਂਸ਼ੀਆ ਦੇ ਹੁੰਦਿਆਂ ਚੰਗਾ ਜੀਵਨ ਬਿਤਾਉਣ ਦੇ ਤਰੀਕੇ ਲੱਭਣ ਵਿੱਚ ਮਦਦ ਕਰ ਸਕਦੇ ਹਨ। ਡਿਪਰੈਸ਼ਨ ਜਾਂ ਬੇਚੈਨੀ ਦੇ ਲੱਛਣਾਂ ਨੂੰ ਘੱਟ ਕਰਨ ਵਿੱਚ ਵੀ ਗੱਲਬਾਤ ਵਾਲੇ ਉਪਚਾਰ ਮਦਦ ਕਰ ਸਕਦੇ ਹਨ। ਗੱਲਬਾਤ ਵਾਲੇ ਉਪਚਾਰ ਆਮ ਤੌਰ ਤੇ ਕਿਸੇ ਚਿਕਿਤਸਕ ਨਾਲ ਇਕੱਲੇ ਜਾਂ ਗਰੁੱਪਾਂ ਵਿੱਚ ਨੇਮ ਨਾਲ ਕੀਤੇ ਗਏ ਸੈਸ਼ਨਾਂ ਦੇ ਰੂਪ ਵਿੱਚ ਹੁੰਦੇ ਹਨ। ਇਹ ਸੈਸ਼ਨ ਆਮਨੇ-ਸਾਹਮਣੇ ਬੈਠ ਕੇ ਫੋਨ ਤੇ ਜਾਂ ਆਨਲਾਈਨ ਹੋ ਸਕਦੇ ਹਨ। ਕੁਝ ਲੋਕ ਸਿਰਫ ਇੱਕ ਸੈਸ਼ਨ ਵਿੱਚ ਹਿੱਸਾ ਲੈਂਦੇ ਹਨ, ਜਦਕਿ ਕਈ ਦੂਜੇ ਮਹੀਨਿਆਂ ਤੱਕ ਇਹ ਉਪਚਾਰ ਕਰਾਉਂਦੇ ਹਨ। ਗੱਲਬਾਤ ਦੇ ਇਲਾਵਾ ਬਿਨਾਂ ਦਵਾਈ ਵਾਲੇ ਕਈ ਦੂਜੇ ਅਜਿਹੇ ਇਲਾਜ ਹਨ ਜੋ ਡਿਮੈਂਸ਼ੀਆ ਦੇ ਪੱਧਰ ਤੇ ਮਦਦ ਕਰ ਸਕਦੇ ਹਨ। ਕੁਝ ਜ਼ਿਆਦਾ ਪ੍ਰਚਲਿਤ ਤਰੀਕੇ ਪੁਰਾਣੀਆਂ ਯਾਦਾਂ ਰਾਹੀਂ ਇਲਾਜ ਜਾਂ ਜੀਵਨ ਕਹਾਣੀ ਉੱਪਰ ਕੰਮ ਕਰਨਾ ਅਤੇ ਬੋਧ ਜਾਂ ਗਿਆਨ ਨੂੰ ਟੁੰਬਣਾ ਹਨ।
ਪੁਰਾਣੀਆਂ ਯਾਦਾਂ ਰਾਹੀਂ ਬੀਤੇ ਸਮੇਂ ਬਾਰੇ ਗੱਲ ਕਰਨਾ ਸ਼ਾਮਿਲ ਹੈ, ਜਿਸ ਵਿੱਚ ਯਾਦ ਦਿਵਾਉਣ ਲਈ ਇਸ਼ਾਰਿਆਂ ਵਜੋਂ ਫੋਟੋਆਂ, ਜਾਣੀਆਂ ਪਛਾਣੀਆਂ ਵਸਤਾਂ ਜਾਂ ਸੰਗੀਤ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਕੰਮ ਇਕੱਲੇ ਜਾਂ ਇੱਕ ਗਰੁੱਪ ਵਿੱਚ ਕੀਤਾ ਜਾ ਸਕਦਾ ਹੈ। ਜੀਵਨ ਕਹਾਣੀ ਉੱਪਰ ਕੰਮ ਆਮ ਤੌਰ ਤੇ ਡਿਮੈਂਸ਼ੀਆ ਵਾਲੇ ਵਿਅਕਤੀ ਅਤੇ ਪਰਿਵਾਰ ਦੇ ਮੈਂਬਰ, ਮਿੱਤਰ ਜਾਂ ਸਹਾਇਕ ਵਰਕਰ ਵਿਚਕਾਰ ਸਾਂਝਾ ਕੀਤਾ ਜਾਂਦਾ ਹੈ। ਵਿਅਕਤੀ ਦੇ ਜੀਵਨ ਦੀਆਂ ਘਟਨਾਵਾਂ, ਕਦਰਾਂ, ਕੀਮਤਾਂ ਅਤੇ ਵਿਸ਼ਵਾਸਾਂ ਦੇ ਵੇਰਵੇ ਰਿਕਾਰਡ ਕਰਨ ਲਈ ਸਕ੍ਰੈਪ ਬੁੱਕ ਜਾਂ ਫੋਟੋ ਐਲਬਮ ਦੀ ਵਰਤੋਂ ਕੀਤੀ ਜਾਂਦੀ ਹੈ। ਇਹਨਾਂ ਤਰੀਕਿਆਂ ਨਾਲ, ਖਾਸ ਤੌਰ ਤੇ ਜਦ ਉਹਨਾਂ ਦੀ ਵਰਤੋਂ ਇਕੱਲਿਆਂ ਕੀਤੀ ਜਾਂਦੀ ਹੈ, ਮੂਡ, ਤੰਦਰੁਸਤੀ ਅਤੇ ਯਾਦਾਸ਼ਤ ਵਰਗੀਆਂ ਮਾਨਸਿਕ ਅਤੇ ਬੁੱਧ ਸੰਬੰਧੀ ਮਹਾਰਤਾਂ ਵਿੱਚ ਸੁਧਾਰ ਹੁੰਦਾ ਹੈ। ਨਾਲ ਹੀ ਇਸ ਤਰ੍ਹਾਂ ਲੋਕਾਂ ਨੂੰ ਉਹਨਾਂ ਦੇ ਉੱਪਰ, ਨਾ ਕਿ ਉਹਨਾਂ ਦੇ ਡਿਮੈਂਸ਼ੀਆ ਉੱਪਰ, ਧਿਆਨ ਕੇਂਦਰਿਤ ਕਰਨ ਵਿੱਚ ਮਦਦ ਮਿਲ ਸਕਦੀ ਹੈ। ਉਪਲਬਧ ਸੇਵਾਵਾਂ ਅਤੇ ਉਹਨਾਂ ਤੱਕ ਪਹੁੰਚਣ ਦੇ ਤਰੀਕੇ ਦੇਸ਼ ਵਿੱਚ ਵੱਖੋ ਵੱਖਰੇ ਹੋ ਸਕਦੇ ਹਨ। ਤੁਹਾਡੇ ਲੋਕਲ ਇਲਾਕੇ ਵਿੱਚ ਕੀ ਕੁਝ ਉਪਲਬਧ ਹੈ, ਇਸ ਦਾ ਪਤਾ ਲਗਾਉਣ ਲਈ ਆਪਣੇ ਜੀਪੀ, ਯਾਦਾਸ਼ਤ ਸੇਵਾ ਜਾਂ ਸਥਾਨਕ ਅਲਜ਼ਾਈਮਰ ਸੁਸਾਇਟੀ ਨਾਲ ਸੰਪਰਕ ਕਰੋ। ਡਿਮੈਂਸ਼ੀਆ ਵਾਲੇ ਲੋਕਾਂ ਲਈ ਬਿਨਾਂ ਦਵਾਈਵਾਲ ਇਲਾਜ ਲਈ ਇੱਕ ਹੋਰ ਚੋਣ ਪੂਰਕ ਚਿਕਿਤਸਾ ਹੈ। ਇਹ ਇਲਾਜ ਰਵਾਇਤੀ ਦਵਾਈ ਦੇ ਦਾਇਰੇ ਤੋਂ ਬਾਹਰ ਹਨ। ਇਹਨਾਂ ਦੀ ਵਰਤੋਂ ਬਿਮਾਰੀ ਨੂੰ ਰੋਕਣ ਅਤੇ ਉਸ ਦੇ ਇਲਾਜ ਲਈ ਸਿਹਤ ਅਤੇ ਖੈਰੀਅਤ ਨੂੰ ਵਧਾਵਾ ਦੇਣ ਲਈ ਕੀਤੀ ਜਾਂਦੀ ਹੈ। ਪੂਰਕ ਚਿਕਿਤਸਾ ਦੀ ਵਰਤੋਂ ਪਰੰਪਰਾਗਤ ਦਵਾਈਆਂ ਦੇ ਨਾਲ ਉਹਨਾਂ ਦੀ ਥਾਂ ਤੇ ਨਹੀਂ ਕਰਨੀ ਚਾਹੀਦੀ ਹੈ। ਜੇ ਕੋਈ ਵਿਅਕਤੀ ਇਹਨਾਂ ਇਲਾਜਾਂ ਨੂੰ ਅਜ਼ਮਾਉਣ ਦੀ ਸੋਚ ਰਿਹਾ ਹੈ ਤਾਂ ਉਸ ਨੂੰ ਇਸ ਦੇ ਬਾਰੇ ਆਪਣੀ ਜੀਪੀ ਨੂੰ ਦੱਸਣਾ ਚਾਹੀਦਾ ਹੈ। ਜਿਹੜੇ ਪੂਰਕ ਇਲਾਜ ਡਿਮੈਂਸ਼ੀਆ ਵਾਲੇ ਲੋਕਾਂ ਦੀ ਮਦਦ ਕਰ ਸਕਦੇ ਹਨ, ਉਹਨਾਂ ਦੀਆਂ ਕੁਝ ਉਦਾਹਰਨਾਂ ਹਨ। ਖੁਸ਼ਬੂ ਰਾਹੀਂ ਇਲਾਜ, ਮਾਲਿਸ਼, ਤੇਜ਼ ਰੋਸ਼ਨੀ ਰਾਹੀਂ ਇਲਾਜ, ਜਿਸ ਵਿੱਚ ਤੁਸੀਂ ਰੋਸ਼ਨੀ ਵਾਲੇ ਬਕਸੇ ਦੇ ਸਾਹਮਣੇ ਬੈਠਦੇ ਹੋ, ਅਤੇ ਸੰਗੀਤ ਰਾਹੀਂ ਇਲਾਜ। ਮੇਰੇ ਖਿਆਲ ਵਿੱਚ ਮੈਨੂੰ ਇਸ ਗੱਲ ਦੀ ਜ਼ਿਆਦਾ ਚਿੰਤਾ ਰਹਿੰਦੀ ਹੈ ਕਿ ਰਸਟੀ ਡਿਪਰੈਸ ਹੋ ਜਾਂਦਾ ਹੈ। ਉਸ ਨੂੰ ਇਹ ਪਰੇਸ਼ਾਨੀ ਹੁੰਦੀ ਹੈ ਕਿ ਉਹ ਹੁਣ ਪਹਿਲਾਂ ਵਾਂਗ ਕੰਮ ਨਹੀਂ ਕਰ ਸਕਦਾ, ਜਿਵੇਂ ਪਲੱਗ ਬਦਲਣ ਵੇਲੇ ਜਾਂ ਟੈਲੀਵਿਜ਼ਨ ਚਾਲੂ ਕਰਨ ਵੇਲੇ ਕੜਮਸ ਵਿੱਚ ਪੈ ਜਾਂਦਾ ਹੈ। ਇਸ ਬਾਰੇ ਸੋਚ ਕੇ ਉਹ ਬਹੁਤ ਉਦਾਸ ਹੋ ਜਾਂਦਾ ਹੈ। ਡਿਮੈਂਸ਼ੀਆ ਵਾਲੇ ਲੋਕਾਂ ਲਈ, ਖਾਸ ਤੌਰ ਤੇ ਇਸ ਦੇ ਸ਼ੁਰੂਆਤੀ ਪੜਾਵਾਂ ਤੇ, ਡਿਪਰੈਸ਼ਨ ਜਾਂ ਬੇਚੈਨੀ ਮਹਿਸੂਸ ਕਰਨਾ ਆਮ ਗੱਲ ਹੈ। ਡਿਮੈਂਸ਼ੀਆ ਦੀਆਂ ਬਾਕੀ ਕਿਸਮਾਂ ਦੇ ਮੁਕਾਬਲੇ ਖੂਨ ਦੀਆਂ ਨਾੜੀਆਂ ਸੰਬੰਧੀ ਡਿਮੈਂਸ਼ੀਆ ਜਾਂ ਪਾਰਕਿੰਸਨ ਰੋਗ ਡਿਮੈਂਸ਼ੀਆ ਵਾਲੇ ਲੋਕਾਂ ਨੂੰ ਅਜਿਹਾ ਮਹਿਸੂਸ ਕਰਨ ਦੀ ਜ਼ਿਆਦਾ ਸੰਭਾਵਨਾ ਹੈ। ਡਿਪਰੈਸ਼ਨ ਅਤੇ ਬੇਚੈਨੀ ਲਈ ਦਵਾਈਆਂ ਵਾਲੇ ਅਤੇ ਬਿਨਾਂ ਦਵਾਈਆਂ ਵਾਲੇ ਇਲਾਜਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਡਿਪਰੈਸ਼ਨ ਰੋਕੂ ਦਵਾਈਆਂ ਦਿਮਾਗ ਦੇ ਅੰਦਰ ਕੁਝ ਰਸਾਇਣਾਂ ਦਾ ਪੱਧਰ ਠੀਕ ਕਰਦੀਆਂ ਹਨ, ਪਰ ਅਧਿਐਨ ਦਿਖਾਉਂਦੇ ਹਨ ਕਿ ਸਾਧਾਰਨ ਡਿਪਰੈਸ਼ਨ ਰੋਕੂ ਦਵਾਈਆਂ ਡਿਮੈਂਸ਼ੀਆ ਵਾਲੇ ਲੋਕਾਂ ਉੱਪਰ ਓਨੀ ਚੰਗੀ ਤਰ੍ਹਾਂ ਅਸਰ ਨਹੀਂ ਕਰਦੀਆਂ ਜਿਸ ਤਰ੍ਹਾਂ ਉਹ ਬਿਨਾਂ ਡਿਮੈਂਸ਼ੀਆ ਵਾਲੇ ਲੋਕਾਂ ਉੱਪਰ ਕਰਦੀਆਂ ਹਨ। ਡਿਪਰੈਸ਼ਨ ਰੋਕੂ ਦਵਾਈਆਂ ਦਾ ਚੰਗਾ ਅਸਰ ਨਜ਼ਰ ਆਉਣ ਵਿੱਚ ਵਿਅਕਤੀ ਨੂੰ ਕਈ ਹਫ਼ਤੇ ਲੱਗ ਸਕਦੇ ਹਨ। ਕਈ ਲੋਕਾਂ ਨੂੰ ਸ਼ੁਰੂ ਵਿੱਚ ਕੁਝ ਮਾੜੇ ਅਸਰ ਹੋ ਸਕਦੇ ਹਨ, ਪਰ ਆਮ ਤੌਰ ਤੇ 1 ਜਾਂ 2 ਹਫ਼ਤਿਆਂ ਵਿੱਚ ਅਜਿਹੇ ਅਸਰ ਘੱਟ ਹੋ ਜਾਂਦੇ ਹਨ। ਡਿਪਰੈਸ਼ਨ ਦੇ ਇਲਾਜ ਲਈ ਕੁਝ ਦੂਜੇ ਤਰੀਕੇ ਹਨ, ਜਿਨ੍ਹਾਂ ਵਿੱਚ ਦਵਾਈਆਂ ਨਹੀਂ ਲੈਣੀਆਂ ਪੈਂਦੀਆਂ। ਇਹਨਾਂ ਵਿੱਚ ਗੱਲਬਾਤ ਰਾਹੀਂ ਇਲਾਜ, ਪੁਰਾਣੀਆਂ ਯਾਦਾਂ ਰਾਹੀਂ ਇਲਾਜ ਅਤੇ ਜੀਵਨ ਕਹਾਣੀ ਉੱਪਰ ਕੰਮ ਕਰਨਾ ਸ਼ਾਮਿਲ ਹੈ। ਡਿਪਰੈਸ਼ਨ ਅਤੇ ਬੇਚੈਨੀ ਨੂੰ ਘੱਟ ਕਰਨ ਵਿੱਚ ਮਦਦ ਵਾਲੀਆਂ ਦੂਜੀਆਂ ਸਾਧਾਰਨ ਚੀਜ਼ਾਂ ਵਿੱਚ ਸਕਰੀਏ ਰਹਿਣਾ, ਮਨਪਸੰਦ ਕੰਮ ਕਰਨਾ ਅਤੇ ਮਿੱਤਰਾਂ ਅਤੇ ਪਰਿਵਾਰ ਨਾਲ ਗੱਲਬਾਤ ਕਰਨਾ ਸ਼ਾਮਲ ਹਨ। ਸਿਹਤ ਲਈ ਚੰਗਾ ਖਾਣਾ ਅਤੇ ਅਲਕੋਹਲ ਅਤੇ ਕੈਫੀਨ ਦੀ ਘੱਟ ਵਰਤੋਂ ਨਾਲ ਵੀ ਮਦਦ ਮਿਲ ਸਕਦੀ ਹੈ। ਡਿਮੈਂਸ਼ੀਆ ਦੇ ਇਲਾਜ ਬਾਰੇ ਹੋਰ ਜਾਣਕਾਰੀ ਲਈ alzheimers.org.uk/treatment ਤੇ ਜਾਓ। ਅਸੀਂ ਅੱਜ ਦੇ ਦਿਨ ਲਈ ਜੀਂਦੇ ਹਾਂ ਹਾਂ, ਅਤੇ ਉਸ ਦਾ ਆਨੰਦ ਲੈਂਦੇ ਹਾਂ। ਜੇ ਜ਼ਿੰਦਗੀ ਹਾਲਾਂ ਵੀ ਦਿਲਚਸਪ ਹੋਵੇ ਤਾਂ ਸਮੱਸਿਆ ਥੋੜੀ ਘੱਟ ਹੋ ਜਾਂਦੀ ਹੈ।
ਅਸਲ ਗੱਲ ਉਤਸ਼ਾਹ ਪੈਦਾ ਕਰਨ ਦੀ ਹੈ। ਗੱਲ ਉਹ ਕੰਮ ਕਰਨ ਦੀ ਹੈ ਜੋ ਉਹ ਵਿਅਕਤੀ ਹਮੇਸ਼ਾ ਕਰਦਾ ਆਇਆ ਹੈ। ਹੋ ਸਕਦਾ ਹੈ ਕਿ ਪਹਿਲਾਂ ਨਾਲੋਂ ਕਿਸੇ ਦੂਜੇ ਪੱਧਰ ਤੇ, ਪਰ ਕੰਮ-ਕਾਜ ਵਿੱਚ ਹਿੱਸਾ ਲੈਣਾ, ਮਿੱਤਰਾਂ ਨੂੰ ਮਿਲਣਾ ਅਤੇ ਪਹਿਲਾਂ ਵਾਂਗ ਆਪਣੇ ਮਨਪਸੰਦ ਕੰਮ ਕਰਨਾ। ਉਤਸ਼ਾਹ ਭਾਵੇਂ ਪਹਿਲਾਂ ਵਰਗਾ ਨਹੀਂ ਹੋਵੇਗਾ, ਪਰ ਵੈਸੇ ਵੀ ਉਮਰ ਦੇ ਨਾਲ ਹਰ ਇਨਸਾਨ ਦਾ ਉਤਸ਼ਾਹ ਘੱਟ ਹੁੰਦਾ ਜਾਂਦਾ ਹੈ। ਪਰ ਜ਼ਰੂਰੀ ਇਹ ਹੈ ਕਿ ਬੰਦਾ ਦੂਜਿਆਂ ਨਾਲ ਜੁੜਿਆ ਰਹੇ। ਡਿਮੈਂਸ਼ੀਆ ਦੇ ਨਾਲ ਜੀਵਨ ਬਿਤਾਉਣਾ ਚੁਣੌਤੀਪੂਰਨ ਹੈ ਅਤੇ ਤੁਸੀਂ ਨਿਰਾਸ਼ ਮਹਿਸੂਸ ਕਰ ਸਕਦੇ ਹੋ। ਭਵਿੱਖ ਬਾਰੇ ਤੁਹਾਡੀਆਂ ਯੋਜਨਾਵਾਂ ਬਦਲ ਸਕਦੀਆਂ ਹਨ, ਪਰ ਡਿਮੈਂਸ਼ੀਆ ਦਾ ਪਤਾ ਚੱਲਣ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਉਹ ਕੰਮ ਕਰਨੇ ਬੰਦ ਕਰ ਦਿਓ ਜੋ ਤੁਹਾਨੂੰ ਚੰਗੇ ਲੱਗਦੇ ਹਨ। ਹਾਂ, ਇਹ ਹੋ ਸਕਦਾ ਹੈ ਕਿ ਤੁਹਾਨੂੰ ਇਹ ਕੰਮ ਕਿਸੇ ਹੋਰ ਤਰੀਕੇ ਨਾਲ ਕਰਨੇ ਪੈਣ। ਉਹਨਾਂ ਗੱਲਾਂ 'ਤੇ ਧਿਆਨ ਦਿਓ ਜੋ ਤੁਸੀਂ ਕਰ ਸਕਦੇ ਹੋ ਅਤੇ ਕਰਨਾ ਚਾਹੁੰਦੇ ਹੋ, ਅਤੇ ਦੂਜੇ ਲੋਕਾਂ ਨਾਲ ਮਿਲਦੇ ਰਹਿਣ ਦੀ ਕੋਸ਼ਿਸ਼ ਕਰੋ। ਮਨਪਸੰਦ ਕੰਮਾਂ ਵਿੱਚ ਰੁੱਝੇ ਰਹਿਣ ਨਾਲ ਤੁਹਾਡੇ ਵਿੱਚ ਜ਼ਿਆਦਾ ਆਤਮ-ਵਿਸ਼ਵਾਸ ਪੈਦਾ ਹੋਵੇਗਾ। ਯਾਦਦਾਸ਼ਤ ਦੀਆਂ ਸਮੱਸਿਆਵਾਂ ਬੜੀ ਕਸ਼ਟਦਾਈ ਹੋ ਸਕਦੀਆਂ ਹਨ ਅਤੇ ਇਸ ਨਾਲ ਤੁਹਾਡੇ ਆਤਮ-ਵਿਸ਼ਵਾਸ 'ਤੇ ਅਸਰ ਪੈ ਸਕਦਾ ਹੈ। ਪਰ ਯਾਦਦਾਸ਼ਤ ਲਈ ਤੁਸੀਂ ਕਈ ਚੀਜ਼ਾਂ ਅਜ਼ਮਾ ਸਕਦੇ ਹੋ। ਤੁਸੀਂ ਇੱਕ ਕਾਪੀ ਜਾਂ ਵੱਡੀ ਹਫ਼ਤੇਵਾਰ ਡਾਇਰੀ ਵਿੱਚ ਉਹ ਚੀਜ਼ਾਂ ਲਿਖ ਸਕਦੇ ਹੋ ਜੋ ਤੁਸੀਂ ਯਾਦ ਰੱਖਣਾ ਚਾਹੁੰਦੇ ਹੋ, ਜਿਵੇਂ ਲੋਕਾਂ ਦੇ ਨਾਂ ਜਾਂ ਕਰਨ ਵਾਲੇ ਕੰਮ। ਇਸ ਨੂੰ ਅਜਿਹੀ ਥਾਂ 'ਤੇ ਰੱਖੋ ਜਿੱਥੇ ਇਸ ਨੂੰ ਦੇਖਣ ਦੀ ਤੁਹਾਨੂੰ ਆਦਤ ਪੈ ਜਾਵੇ। ਕਈ ਤਕਨੀਕੀ ਸਾਧਨ ਵੀ ਲਾਭਦਾਇਕ ਹੋ ਸਕਦੇ ਹਨ। ਇਹਨਾਂ ਵਿੱਚ ਦਿਨ ਅਤੇ ਤਾਰੀਖ ਦਿਖਾਉਣ ਵਾਲੀ ਘੜੀ ਵੀ ਸ਼ਾਮਲ ਹੈ। ਅਜਿਹੀ ਇੱਕ ਘੜੀ, ਡਾਇਰੀ ਜਾਂ ਹਫ਼ਤੇਵਾਰ ਪਲੈਨਰ ਦੇ ਕੋਲ ਰੱਖਣ ਨਾਲ ਅਪਾਇੰਟਮੈਂਟਾਂ ਵੇਖਣ ਵੇਲੇ ਤੁਹਾਨੂੰ ਦਿਨ ਅਤੇ ਸਮੇਂ ਦਾ ਗਿਆਨ ਰਹੇਗਾ। ਜੇ ਤੁਸੀਂ ਚੀਜ਼ਾਂ ਰੱਖ ਕੇ ਉਹਨਾਂ ਦੀ ਥਾਂ ਭੁੱਲ ਜਾਂਦੇ ਹੋ ਤਾਂ ਅਲਮਾਰੀਆਂ ਜਾਂ ਦਰਾਜ਼ਾਂ ਦੇ ਉੱਪਰ ਲੇਬਲ ਜਾਂ ਤਸਵੀਰਾਂ ਲਗਾਓ ਤਾਂ ਜੋ ਤੁਹਾਨੂੰ ਯਾਦ ਰਹੇ ਕਿ ਕਿਹੜੀ ਚੀਜ਼ ਕਿੱਥੇ ਪਈ ਹੈ। ਜਾਂ ਤੁਸੀਂ ਰਸੋਈ ਦੀਆਂ ਆਮ ਵਰਤੋਂ ਵਾਲੀਆਂ ਚੀਜ਼ਾਂ, ਕੱਪ, ਪਲੇਟ ਅਤੇ ਚਮਚ, ਛੁਰੀ ਆਦਿ ਬਾਹਰ ਮੇਜ਼ ਦੇ ਉੱਪਰ ਰੱਖੋ ਜਿੱਥੇ ਉਹ ਤੁਹਾਨੂੰ ਨਜ਼ਰ ਆਉਣ। ਤੁਸੀਂ ਆਪਣੇ ਫਾਰਮਾਸਿਸਟ ਨੂੰ ਆਖ ਸਕਦੇ ਹੋ ਕਿ ਤੁਹਾਡੀਆਂ ਗੋਲੀਆਂ ਅਜਿਹੀ ਬਕਸੇ ਵਿੱਚ ਪਾ ਕੇ ਦੇਵੇ ਜਿਸ ਦੇ ਉੱਪਰ ਹਫ਼ਤੇ ਦੇ ਦਿਨਾਂ ਦੇ ਨਾਂ ਲਿਖੇ ਹੋਣ। ਚੀਜ਼ਾਂ ਲੱਭਣ ਵਾਲੇ ਸਾਧਨ ਵੀ ਮਦਦਗਾਰ ਹੋ ਸਕਦੇ ਹਨ। ਇਹ ਚਾਬੀਆਂ ਵਰਗੀਆਂ ਚੀਜ਼ਾਂ ਲੱਭਣ ਵਿੱਚ ਮਦਦ ਕਰਦੇ ਹਨ। ਇਹਨਾਂ ਦੇ ਉੱਪਰ ਲੱਗੇ ਬਟਨ ਨੂੰ ਦਬਾਉਣ ਨਾਲ ਉਸ ਥਾਂ ਤੋਂ ਆਵਾਜ਼ ਆਏਗੀ ਜਿੱਥੇ ਉਹ ਚੀਜ਼ ਪਈ ਹੈ। ਡਿਮੈਂਸ਼ੀਆ ਹੋਣ ਨਾਲ ਘਰ ਵਿੱਚ ਦੁਰਘਟਨਾਵਾਂ ਦੀ ਸੰਭਾਵਨਾ ਵੱਧ ਜਾਂਦੀ ਹੈ। ਘਰ ਵਿੱਚ ਚੰਗੀ ਰੋਸ਼ਨੀ ਦਾ ਪ੍ਰਬੰਧ ਕਰਕੇ ਅਤੇ ਕਾਲੀਨ ਵਰਗੀਆਂ ਪੈਰਾਂ ਵਿੱਚ ਅਟਕਣ ਵਾਲੀਆਂ ਚੀਜ਼ਾਂ ਹਟਾ ਕੇ ਡਿੱਗਣਾ ਰੋਕਣ ਵਿੱਚ ਮਦਦ ਮਿਲ ਸਕਦੀ ਹੈ। ਪੌੜੀਆਂ ਅਤੇ ਬਾਥਰੂਮ ਵਿੱਚ ਤੁਸੀਂ ਹੈਂਡਰੇਲ ਲਗਾ ਸਕਦੇ ਹੋ। ਜੇ ਤੁਸੀਂ ਡਿੱਗ ਪੈਂਦੇ ਹੋ ਤਾਂ ਦੂਜਿਆਂ ਨੂੰ ਸੂਚਨਾ ਦੇਣ ਲਈ ਨਿੱਜੀ ਅਲਾਰਮ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰੋ। ਘਰ ਵਿੱਚ ਕਾਰਬਨ ਮੋਨੋਆਕਸਾਈਡ ਡਿਟੈਕਟਰ ਅਤੇ ਧੂਏ ਦੇ ਅਲਾਰਮ ਲਗਾਓ। ਪਲੱਗਾਂ, ਲਾਈਟਾਂ ਅਤੇ ਹੀਟਿੰਗ ਵਿਵਸਥਾ ਲਈ ਟਾਈਮਰਾਂ ਦੀ ਵਰਤੋਂ ਕਰੋ ਤਾਂ ਜੋ ਇਹ ਚੀਜ਼ਾਂ ਆਪਣੇ ਆਪ ਚਾਲੂ ਅਤੇ ਬੰਦ ਹੋ ਜਾਣ। ਆਪਣੀ ਸਥਾਨਕ ਫਾਇਰ ਸਰਵਿਸ ਕੋਲੋਂ ਘਰੇਲੂ ਅੱਗ ਤੋਂ ਸੁਰੱਖਿਆ ਦੀ ਮੁਫਤ ਜਾਂਚ ਕਰਾਓ ਤਾਂ ਜੋ ਘਰ ਵੱਧ ਤੋਂ ਵੱਧ ਸੁਰੱਖਿਅਤ ਰਹਿ ਸਕੇ। ਇੱਕ ਆਕਿਊਪੇਸ਼ਨਲ ਥੈਰੇਪਿਸਟ ਤੁਹਾਨੂੰ ਸਲਾਹ ਦੇ ਸਕਦਾ ਹੈ ਕਿ ਘਰ ਨੂੰ ਜ਼ਿਆਦਾ ਸੁਰੱਖਿਅਤ ਅਤੇ ਤੁਹਾਨੂੰ ਜ਼ਿਆਦਾ ਆਤਮ ਨਿਰਭਰ ਕਿਵੇਂ ਬਣਾਇਆ ਜਾ ਸਕਦਾ ਹੈ। ਆਪਣੇ ਜੀਪੀ ਜਾਂ ਯਾਦਦਾਸ਼ਤ ਕਲੀਨਿਕ ਨੂੰ ਆਖੋ ਕਿ ਤੁਹਾਨੂੰ ਆਕਿਊਪੇਸ਼ਨਲ ਥੈਰੇਪਿਸਟ ਕੋਲ ਰੈਫਰ ਕਰਨ। ਸਰੀਰਕ, ਮਾਨਸਿਕ ਅਤੇ ਸਮਾਜਿਕ ਤੌਰ 'ਤੇ ਚੁਸਤ ਅਤੇ ਸਰਗਰਮ ਰਹਿਣ ਨਾਲ ਬਹੁਤ ਲਾਭ ਹੋ ਸਕਦੇ ਹਨ। ਲੋਕਾਂ ਨੂੰ ਮਿਲਣਾ ਬਹੁਤ ਚੰਗੀ ਗੱਲ ਹੈ। ਇਸ ਨਾਲ ਤੁਹਾਨੂੰ ਆਪਣੀਆਂ ਮਹਾਰਤਾਂ ਅਤੇ ਯਾਦਦਾਸ਼ਤ ਨੂੰ ਬਰਕਰਾਰ ਰੱਖਣ, ਨੀਂਦਰ ਚੰਗੀ ਆਉਣ ਅਤੇ ਡਿਪਰੈਸ਼ਨ ਤੋਂ ਬਚਣ ਵਿੱਚ ਮਦਦ ਮਿਲੇਗੀ। ਕੁਝ ਕੰਮ ਕਰਨੇ ਜ਼ਿਆਦਾ ਮੁਸ਼ਕਿਲ ਬਣ ਸਕਦੇ ਹਨ ਅਤੇ ਉਹਨਾਂ ਨੂੰ ਛੱਡਣ ਦਾ ਦਿਲ ਕਰ ਸਕਦਾ ਹੈ, ਪਰ ਅਕਸਰ ਦੂਜੇ ਰਸਤੇ ਲੱਭੇ ਜਾ ਸਕਦੇ ਹਨ। ਪੇਂਟਿੰਗ, ਕੁਕਿੰਗ, ਤਾਸ਼, ਕਈ ਹੋਰ ਸਰਗਰਮੀਆਂ ਨੂੰ ਥੋੜ੍ਹੀ ਤਬਦੀਲੀ ਕਰਕੇ ਵਰਤੋਂ ਵਿੱਚ ਲੈ ਆਇਆ ਜਾ ਸਕਦਾ ਹੈ। ਪਰਿਵਾਰ ਅਤੇ ਮਿੱਤਰਾਂ ਨਾਲ ਮਿਲਣਾ ਜਾਰੀ ਰੱਖੋ ਅਤੇ ਉਸ ਦਾ ਆਨੰਦ ਲੈਣ ਦੀ ਕੋਸ਼ਿਸ਼ ਕਰੋ। ਜੇ ਹੋ ਸਕੇ ਤਾਂ ਨੇਮ ਨਾਲ ਕਸਰਤ, ਸੈਰ ਆਦਿ ਕਰਨ ਦੀ ਕੋਸ਼ਿਸ਼ ਕਰੋ। ਡਿਮੈਂਸ਼ੀਆ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੀ ਤਬੀਅਤ ਖਰਾਬ ਰਹੇ। ਡਿਪਰੈਸ਼ਨ ਵਿੱਚ ਜਾਓ ਜਾਂ ਬੇਚੈਨ ਰਹੋ। ਇਸ ਲਈ ਜੇ ਤੁਹਾਡੀ ਤਬੀਅਤ ਖਰਾਬ ਹੋਵੇ ਤਾਂ ਡਾਕਟਰ ਨੂੰ ਦਿਖਾਓ, ਕਿਉਂਕਿ ਦੂਜੀਆਂ ਬਿਮਾਰੀਆਂ ਅਤੇ ਲਾਗਾਂ ਤੁਹਾਨੂੰ ਹੋਰ ਜ਼ਿਆਦਾ ਕੜਮਸ ਵਿੱਚ ਪਾ ਸਕਦੀਆਂ ਹਨ ਅਤੇ
ਭੁਲੱਕੜ ਬਣਾ ਸਕਦੀਆਂ ਹਨ। ਆਪਣੀ ਆਮ ਸਿਹਤ ਨੂੰ ਚੰਗਾ ਰੱਖਣ ਲਈ ਤੁਸੀਂ ਸੰਤੁਲਿਤ ਭੋਜਨ ਖਾਓ ਅਤੇ ਤਰਲ ਪਦਾਰਥ ਜ਼ਿਆਦਾ ਪੀਓ। ਜੇ ਹੋ ਸਕੇ ਤਾਂ ਨੇਮ ਨਾਲ ਕਸਰਤ ਕਰੋ ਅਤੇ ਨੀਂਦਰ ਪੂਰੀ ਕਰੋ। ਜੇ ਤੁਸੀਂ ਤੰਬਾਕੂ ਪੀਂਦੇ ਹੋ ਤਾਂ ਉਸ ਨੂੰ ਛੱਡਣ ਬਾਰੇ ਸੋਚੋ। ਹਰ ਸਾਲ ਫਲੂ ਦਾ ਟੀਕਾ ਲਗਵਾਓ ਅਤੇ ਜੇ ਤੁਹਾਡੀ ਉਮਰ 65 ਸਾਲਾਂ ਤੋਂ ਵੱਧ ਹੈ ਤਾਂ ਨਿਊਮੋਨੀਆ ਦੇ ਟੀਕੇ ਬਾਰੇ ਪਤਾ ਕਰੋ। ਆਪਣੇ ਜੀਪੀ ਕੋਲ ਨੇਮ ਨਾਲ ਚੈੱਕਅਪ ਲਈ ਜਾਓ। ਨਾਲ ਹੀ ਆਪਣੇ ਦੰਦਾਂ, ਅੱਖਾਂ ਤੇ ਕੰਨਾਂ ਦੀ ਨੇਮ ਨਾਲ ਜਾਂਚ ਕਰਾਓ। ਜੇ ਤੁਸੀਂ ਨੇਮ ਨਾਲ ਟਹਿੰਦੀ ਕਲਾ, ਬੇਚੈਨੀ ਜਾਂ ਚਿੜਚਿੜਾ ਮਹਿਸੂਸ ਕਰਦੇ ਹੋ ਤਾਂ ਹੋ ਸਕਦਾ ਹੈ ਤੁਸੀਂ ਡਿਪਰੈਸ਼ਨ ਵਿੱਚ ਹੋਵੋ। ਇਸ ਦੇ ਬਾਰੇ ਆਪਣੇ ਕਿਸੇ ਨਜ਼ਦੀਕੀ ਨਾਲ ਗੱਲ ਕਰੋ। ਜੇ ਹਾਲਤ ਇਸੇ ਤਰ੍ਹਾਂ ਜਾਰੀ ਰਹਿੰਦੀ ਹੈ ਤਾਂ ਆਪਣੇ ਜੀਪੀ ਨੂੰ ਮਿਲੋ। ਅਸੀਂ ਬਿਲਕੁਲ ਆਮ ਵਾਂਗ ਜੀਵਨ ਬਿਤਾਉਂਦੇ ਹਾਂ। ਅਸੀਂ ਦੋਸਤਾਂ ਅਤੇ ਪਰਿਵਾਰ ਨਾਲ ਮਿਲਦੇ ਹਾਂ, ਰੈਸਟੋਰੈਂਟ ਵਿੱਚ ਖਾਣਾ ਖਾਣ ਜਾਂਦੇ ਹਾਂ, ਲੋਕ ਸਾਡੇ ਘਰ ਆਉਂਦੇ ਨੇ, ਅਸੀਂ ਲੋਕਾਂ ਦੇ ਘਰ ਜਾਂਦੇ ਹਾਂ। ਇਸੇ ਤਰ੍ਹਾਂ ਅਸੀਂ ਬਿਲਕੁਲ ਆਮ ਵਾਂਗ ਜੀਵਨ ਬਿਤਾਉਂਦੇ ਹਾਂ। ਡਿਮੈਂਸ਼ੀਆ ਦੇ ਹੁੰਦਿਆਂ ਚੰਗਾ ਜੀਵਨ ਬਿਤਾਉਣ ਬਾਰੇ ਹੋਰ ਜਾਣਕਾਰੀ ਲਈ alzheimers.org.uk/livingwell ਤੇ ਜਾਓ। ਮੇਰੇ ਖਿਆਲ ਵਿੱਚ ਅਸੀਂ ਆਪਣੇ ਕਾਰੋਬਾਰੀ ਪੱਧ ਦਾ ਕਾਫੀ ਧਿਆਨ ਰੱਖਿਆ ਹੈ, ਪਰ ਕੰਮ ਕਰਨਾ ਛੱਡਣ ਦੇ ਬਾਅਦ ਮੈਂ ਚਾਹੁੰਦੀ ਹਾਂ ਕਿ ਜਦ ਤੱਕ ਹੋ ਸਕੇ ਅਸੀਂ ਚੰਗਾ ਸਮਾਂ ਬਿਤਾਈਏ ਤੇ ਅਸੀਂ ਬਿਤਾਵਾਂਗੇ ਵੀ। ਮੈਨੂੰ ਭਵਿੱਖ ਦੇ ਬਾਰੇ ਬੜਾ ਪੱਕਾ ਯਕੀਨ ਹੈ ਕਿ ਸਭ ਠੀਕ ਹੋਏਗਾ, ਕਿਉਂਕਿ ਮੈਂ ਸੋਚਦੀ ਹਾਂ ਕਿ ਹੁਣ ਮੈਨੂੰ ਪਤਾ ਹੈ ਕਿ ਮਦਦ ਲਈ ਕਿੱਥੇ ਜਾਣਾ ਹੈ, ਕਿਉਂਕਿ ਮੈਂ ਸਮਝਦੀ ਹਾਂ ਕਿ ਮੇਰੇ ਨਾਲ ਕੀ ਹੋ ਸਕਦਾ ਹੈ। ਮੈਂ ਸਮਝਦੀ ਹਾਂ ਕਿ ਇਹ ਸਭ ਕਿਉਂ ਹੁੰਦਾ ਹੈ, ਪਰ ਮੈਂ ਇਹ ਵੀ ਸਮਝਦੀ ਹਾਂ ਕਿ ਇਹ ਬਿਮਾਰੀ ਹੌਲੀ-ਹੌਲੀ ਵੱਧਦੀ ਹੈ। ਸੋ ਇਸ ਤੋਂ ਪਹਿਲਾਂ ਕਿ ਹਾਲਾਤ ਵਾਕਈ ਖਰਾਬ ਹੋ ਜਾਣ, ਸਾਡੇ ਅੱਗੇ ਸਾਡਾ ਪੂਰਾ ਜੀਵਨ ਪਿਆ ਹੈ ਤੇ ਮੈਂ ਆਪਣੇ ਭਵਿੱਖ ਬਾਰੇ ਕਾਫੀ ਪੋਜ਼ਿਟਿਵ ਹਾਂ। ਆਪਣੇ ਵਰਤਮਾਨ ਅਤੇ ਭਵਿੱਖ ਵਿੱਚ ਆਪਣੇ ਜੀਵਨ ਢੰਗ ਬਾਰੇ ਤੁਸੀਂ ਖੁਦ ਫੈਸਲੇ ਕਰ ਸਕਦੇ ਹੋ। ਜਿੱਥੇ ਮੁਮਕਿਨ ਹੋਵੇ ਇਹ ਯੋਜਨਾਵਾਂ ਛੇਤੀ ਤੋਂ ਛੇਤੀ ਆਪਣੇ ਕਿਸੇ ਵਿਸ਼ਵਾਸ ਪਾਤਰ ਮਿੱਤਰ, ਪਰਿਵਾਰ ਦੇ ਮੈਂਬਰ ਜਾਂ ਪੇਸ਼ੇਵਰ ਦੇ ਨਾਲ ਮਿਲ ਕੇ ਬਣਾਓ। ਜਿਵੇਂ ਸਮਾਂ ਬੀਤਦਾ ਜਾਏਗਾ ਤੁਹਾਡੇ ਲਈ ਵਿੱਤੀ ਜਾਂ ਕਾਨੂੰਨੀ ਮਾਮਲਿਆਂ ਬਾਰੇ ਫੈਸਲੇ ਜਾਂ ਚੋਣਾਂ ਕਰਨਾ ਮੁਸ਼ਕਿਲ ਬਣ ਸਕਦਾ ਹੈ। ਆਪਣੇ ਬੈਂਕ ਨਾਲ ਗੱਲ ਕਰਕੇ ਪਤਾ ਕਰੋ ਕਿ ਉਹ ਤੁਹਾਡੀ ਮਦਦ ਲਈ ਕੀ ਕਰ ਸਕਦੇ ਹਨ। ਇਸ ਵਿੱਚ ਥਰਡ ਪਾਰਟੀ ਮੈਂਡੇਟ ਨਾਂ ਦਾ ਪ੍ਰਬੰਧ ਵੀ ਸ਼ਾਮਿਲ ਹੈ। ਇਹ ਕਿਸੇ ਹੋਰ ਵਿਅਕਤੀ ਨੂੰ ਤੁਹਾਡੇ ਬੈਂਕ ਖਾਤੇ ਨੂੰ ਚਲਾਉਣ ਦਾ ਹੱਕ ਦਿੰਦਾ ਹੈ। ਜੇ ਤੁਸੀਂ ਇਹ ਕੰਮ ਹਾਲਾਂ ਤੱਕ ਨਹੀਂ ਕੀਤਾ ਹੈ ਤਾਂ ਨੇਮ ਨਾਲ ਹੋਣ ਵਾਲੇ ਭੁਗਤਾਨਾਂ ਜਿਵੇਂ ਗੈਸ ਅਤੇ ਬਿਜਲੀ ਬਿੱਲ ਲਈ ਡਾਇਰੈਕਟ ਡੈਬਿਟ ਸਥਾਪਿਤ ਕਰਨ ਉੱਪਰ ਵਿਚਾਰ ਕਰੋ। ਜੇ ਤੁਹਾਨੂੰ ਡੈਬਿਟ ਅਤੇ ਕ੍ਰੈਡਿਟ ਕਾਰਡਾਂ ਦੇ ਪਿਨ ਨੰਬਰ ਯਾਦ ਰੱਖਣ ਵਿੱਚ ਕਠਿਨਾਈ ਹੈ ਤਾਂ ਬੈਂਕ ਤੁਹਾਨੂੰ ਚਿਪ ਐਂਡ ਸਿਗਨੇਚਰ ਕਾਰਡ ਵਰਗੇ ਸਾਧਨ ਪੇਸ਼ ਕਰ ਸਕਦਾ ਹੈ। ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਤੁਹਾਡੇ ਸਾਰੇ ਜ਼ਰੂਰੀ ਕਾਗਜ਼ਾਤ ਆਸਾਨੀ ਨਾਲ ਮਿਲ ਜਾਣ। ਇਹਨਾਂ ਵਿੱਚ ਤੁਹਾਡੇ ਬੈਂਕ ਖਾਤਿਆਂ, ਟੈਕਸ ਬੈਨੀਫਿਟਾਂ ਅਤੇ ਪੈਨਸ਼ਨ ਦਾ ਵੇਰਵਾ ਅਤੇ ਨਾਲ ਹੀ ਮੌਰਗੇਜ ਜਾਂ ਕਿਰਾਏ ਸੰਬੰਧ ਦਸਤਾਵੇਜ਼, ਬੀਮਾ ਪਾਲਿਸੀਆਂ ਅਤੇ ਤੁਹਾਡੀ ਵਸੀਅਤ ਸ਼ਾਮਿਲ ਹਨ। ਡਿਮੈਂਸ਼ੀਆ ਵਾਲੇ ਲੋਕ ਅਤੇ ਉਹਨਾਂ ਦੀ ਦੇਖਭਾਲ ਕਰਤਾ ਬੈਨੀਫਿਟਾਂ ਦੇ ਹੱਕਦਾਰ ਹੋ ਸਕਦੇ ਹਨ। ਇਹਨਾਂ ਵਿੱਚੋਂ ਕੁਝ ਤੁਹਾਡੇ ਸਾਧਨਾਂ ਤੇ ਆਧਾਰਿਤ ਹੁੰਦੇ ਹਨ, ਯਾਨੀ ਉਹ ਤੁਹਾਡੀ ਆਮਦਨੀ ਜਾਂ ਬਚਤਾਂ ਦੇ ਉੱਪਰ ਨਿਰਭਰ ਕਰਦੇ ਹਨ। ਉਹਨਾਂ ਤੱਕ ਪਹੁੰਚਣਾ ਥੋੜਾ ਮੁਸ਼ਕਿਲ ਹੋ ਸਕਦਾ ਹੈ, ਪਰ ਤੁਹਾਨੂੰ ਕੀ ਮਦਦਗਾਰ ਲੋਕ ਮਿਲ ਜਾਣਗੇ ਜੋ ਤੁਹਾਨੂੰ ਸਲਾਹ ਦੇ ਸਕਦੇ ਹਨ ਕਿ ਕਿਸ ਬੈਨੀਫਿਟ ਲਈ ਦਾਅਵਾ ਕੀਤਾ ਜਾਏ ਅਤੇ ਜੋ ਲੰਮੇ ਅਤੇ ਵਿਸਤਾਰਪੂਰਨ ਜਾਪਣ ਵਾਲੇ ਕਲੇਮ ਫਾਰਮ ਭਰਨ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ। ਮਦਦ ਕਿਸੇ ਸੋਸ਼ਲ ਵਰਕਰ ਜਾਂ ਸਥਾਨਕ ਕਲਿਆਣ ਸੇਵਾ, ਨਾਗਰਿਕ ਸਲਾਹ ਬਿਊਰੋ ਜਾਂ ਏਜ UK ਜਾਂ ਜੇ ਤੁਸੀਂ ਉੱਤਰੀ ਆਇਰਲੈਂਡ ਵਿੱਚ ਹੋ ਸਮਾਜਿਕ ਵਿਕਾਸ ਵਿਭਾਗ ਕੋਲੋਂ ਮਿਲ ਸਕਦੀ ਹੈ। gov.uk ਵੈਬਸਾਈਟ ਵੀ ਉਪਯੋਗੀ ਜਾਣਕਾਰੀ ਦਿੰਦੀ ਹੈ। ਕੁਝ ਬੈਨੀਫਿਟਾਂ ਲਈ ਡਿਪਾਰਟਮੈਂਟ ਫਾਰ ਵਰਕ ਐਂਡ ਪੈਨਸ਼ਨਸ ਕਿਸੇ ਵਿਅਕਤੀ ਨੂੰ ਤੁਹਾਡੇ ਘਰ ਭੇਜ ਸਕਦਾ ਹੈ।
ਜੇ ਤੁਸੀਂ ਇਹ ਕੰਮ ਕਰ ਸਕੋ ਤਾਂ ਭਵਿੱਖ ਵਿੱਚ ਤੁਹਾਡੀ ਦੇਖਭਾਲ ਅਤੇ ਵਿੱਤੀ ਮਾਮਲਿਆਂ ਨੂੰ ਤੁਹਾਡੀਆਂ ਇੱਛਾਵਾਂ ਮੁਤਾਬਕ ਨਜਿੱਠਿਆ ਜਾਏਗਾ। ਜ਼ਰੂਰੀ ਹੈ ਕਿ ਵਸੀਅਤ ਨਵੀਨਤਮ ਹੋਵੇ। ਜੇ ਤੁਸੀਂ ਡਿਮੈਂਸ਼ੀਆ ਵਾਲੇ ਵਿਅਕਤੀ ਹੋ ਤਾਂ ਵੀ ਤੁਸੀਂ ਵਸੀਅਤ ਬਣਾ ਸਕਦੇ ਹੋ ਜਾਂ ਉਸ ਵਿੱਚ ਤਬਦੀਲੀ ਕਰ ਸਕਦੇ ਹੋ, ਬਸ਼ਰਤੇ ਕਿ ਤੁਸੀਂ ਉਸ ਫੈਸਲੇ ਨੂੰ ਸਮਝ ਸਕੋ ਜੋ ਤੁਸੀਂ ਲੈ ਰਹੇ ਹੋ। ਇਸ ਬਾਰੇ ਕਿਸੇ ਵਕੀਲ ਨਾਲ ਸਲਾਹ ਕਰਨਾ ਲਾਭਦਾਇਕ ਹੋ ਸਕਦਾ ਹੈ। ਤੁਹਾਡੀਆਂ ਇੱਛਾਵਾਂ ਮੁਤਾਬਿਕ ਜੀਣ ਵਿੱਚ ਮਦਦਗਾਰ ਇੱਕ ਹੋਰ ਤਰੀਕਾ ਹੈ ਆਪਣੇ ਕਿਸੇ ਵਿਸ਼ਵਾਸ ਪਾਤਰ ਵਿਅਕਤੀ ਨੂੰ ਪਾਵਰ ਆਫ ਅਟਾਰਨੀ ਦੇਣਾ। ਜੇ ਤੁਸੀਂ ਫੈਸਲੇ ਲੈਣ ਦੀ ਸਮਰੱਥਾ ਗੁਆ ਦਿੰਦੇ ਹੋ ਤਾਂ ਅਟਾਰਨੀ ਅਕਸਰ ਜੀਵਨ ਸਾਥੀ ਜਾਂ ਬਾਲਗ ਬੇਟਾ ਜਾਂ ਬੇਟੀ ਤੁਹਾਡੇ ਵੱਲੋਂ ਕੁਝ ਫੈਸਲੇ ਕਰ ਸਕਦਾ ਹੈ। ਇਸ ਕਾਨੂੰਨੀ ਦਸਤਾਵੇਜ਼ ਨੂੰ ਇੰਗਲੈਂਡ ਅਤੇ ਵੇਲਜ਼ ਵਿੱਚ ਲਾਸਟਿੰਗ ਪਾਵਰ ਆਫ ਅਟਾਰਨੀ ਜਾਂ LPA ਕਹਿੰਦੇ ਹਨ। LPA ਦੀਆਂ ਦੋ ਕਿਸਮਾਂ ਹਨ। ਇੱਕ ਸਿਹਤ ਅਤੇ ਕਲਿਆਣ ਲਈ ਹੈ, ਉਦਾਹਰਨ ਲਈ ਡਾਕਟਰੀ ਇਲਾਜ ਲਈ। ਦੂਜੀ ਪ੍ਰਾਪਰਟੀ ਅਤੇ ਕਾਰੋਬਾਰ ਲਈ ਹੈ, ਜੋ ਅਟਾਰਨੀ ਨੂੰ ਬੈਂਕ ਖਾਤਿਆਂ, ਬਿੱਲਾਂ ਅਤੇ ਘਰ ਵੇਚਣ ਵਰਗੇ ਮੁੱਦਿਆਂ ਦੇ ਅਧਿਕਾਰ ਦੇ ਸਕਦੀ ਹੈ। ਉੱਤਰੀ ਆਇਰਲੈਂਡ ਵਿੱਚ ਕਾਨੂੰਨ ਵੱਖਰਾ ਹੈ। ਕਿਸੇ ਨੂੰ ਪਾਵਰ ਆਫ ਅਟਾਰਨੀ ਦੇਣ ਲਈ ਤੁਹਾਨੂੰ ਐਂਡਿਊਰਿੰਗ ਪਾਵਰ ਆਫ ਅਟਾਰਨੀ ਜਾਂ EPA ਬਣਾਉਣੀ ਪਵੇਗੀ। ਤੁਸੀਂ ਕਈ ਹੋਰ ਤਰੀਕਿਆਂ ਨਾਲ ਵੀ ਭਵਿੱਖ ਵਿੱਚ ਆਪਣੀ ਦੇਖਭਾਲ ਦੇ ਬਾਰੇ ਫੈਸਲੇ ਕਰ ਸਕਦੇ ਹੋ। ਭਵਿੱਖ ਬਾਰੇ ਆਪਣੇ ਪਰਿਵਾਰ ਅਤੇ ਸਿਹਤ ਜਾਂ ਸਮਾਜਕ ਦੇਖਭਾਲ ਪੇਸ਼ੇਵਰਾਂ ਨਾਲ ਆਪਣੀਆਂ ਤਰਜੀਹਾਂ ਬਾਰੇ ਵਿਚਾਰ ਵਟਾਂਦਰੇ ਨੂੰ ਐਡਵਾਂਸ ਕੇਅਰ ਪਲੈਨਿੰਗ ਕਹਿੰਦੇ ਹਨ। ਇਸ ਵਿੱਚ ਹੇਠਲੀਆਂ ਵਿੱਚੋਂ ਇੱਕ ਜਾਂ ਵੱਧ ਮੁੱਦੇ ਸ਼ਾਮਿਲ ਹੋ ਸਕਦੇ ਹਨ। ਲਾਸਟਿੰਗ ਪਾਵਰ ਆਫ ਅਟਾਰਨੀ ਬਣਾਉਣਾ, ਜੇ ਤੁਸੀਂ ਇੰਗਲੈਂਡ ਅਤੇ ਵੇਲਜ਼ ਵਿੱਚ ਰਹਿੰਦੇ ਹੋ, ਅਤੇ ਐਂਡਿਊਰਿੰਗ ਪਾਵਰ ਆਫ ਅਟਾਰਨੀ ਜੇ ਤੁਸੀਂ ਉੱਤਰੀ ਆਇਰਲੈਂਡ ਵਿੱਚ ਰਹਿੰਦੇ ਹੋ, ਜਿਸ ਦੇ ਬਾਰੇ ਮੈਂ ਹੁਣੇ ਗੱਲ ਕੀਤੀ ਸੀ। ਇੱਕ ਅਜਿਹਾ ਬਿਆਨ ਤਿਆਰ ਕਰਨਾ ਜਿਸ ਵਿੱਚ ਤੁਸੀਂ ਭਵਿੱਖ ਲਈ ਆਪਣੀਆਂ ਤਰਜੀਹਾਂ ਅਤੇ ਪਸੰਦਾਂ ਲਿਖ ਸਕਦੇ ਹੋ। ਅਗੇਤਾ ਫੈਸਲਾ ਜੇ ਤੁਸੀਂ ਇੰਗਲੈਂਡ ਅਤੇ ਵੇਲਜ਼ ਵਿੱਚ ਹੋ, ਜਾਂ ਅਗੇਤੀ ਹਿਦਾਇਤ ਜੇ ਨਾਰਦਰਨ ਆਇਰਲੈਂਡ ਵਿੱਚ ਹੋ। ਇਹ ਕਾਨੂੰਨੀ ਦਸਤਾਵੇਜ਼ ਤੁਹਾਨੂੰ ਇਹ ਅਧਿਕਾਰ ਦਿੰਦਾ ਹੈ ਕਿ ਤੁਸੀਂ ਕੁਝ ਡਾਕਟਰੀ ਇਲਾਜਾਂ ਜਾਂ ਪ੍ਰਤੀਕਿਰਿਆਵਾਂ ਬਾਰੇ, ਜੇ ਤੁਸੀਂ ਆਪਣੇ ਬਾਰੇ ਫੈਸਲੇ ਲੈਣ ਦੀ ਹਾਲਤ ਵਿੱਚ ਨਹੀਂ ਹੁੰਦੇ ਹੋ, ਪਹਿਲਾਂ ਤੋਂ ਹੀ ਮਨਾ ਕਰ ਦਿਓ। ਮਿਸਾਲ ਲਈ, ਜੇ ਤੁਹਾਡਾ ਸਾਹ ਜਾਂ ਦਿਲ ਕੰਮ ਕਰਨਾ ਬੰਦ ਕਰ ਦਿੰਦੇ ਹਨ ਤਾਂ ਉਸ ਨੂੰ ਦੁਬਾਰਾ ਚਾਲੂ ਨਾ ਕਰਨ ਦਾ ਫੈਸਲਾ ਕਰ ਸਕਦੇ ਹੋ। ਜੀਵਨ ਦੇ ਅਖੀਰ ਵਿੱਚ ਦੇਖਭਾਲ ਬਾਰੇ ਗੱਲਬਾਤ ਕਰਨਾ ਸਾਰੇ ਲੋਕਾਂ ਲਈ ਬੜਾ ਮੁਸ਼ਕਿਲ ਹੋ ਸਕਦਾ ਹੈ। ਤੁਹਾਡੇ ਉੱਪਰ ਅਜਿਹੀ ਗੱਲਬਾਤ ਦਾ ਕੋਈ ਦਬਾਅ ਨਹੀਂ ਪੈਣਾ ਚਾਹੀਦਾ, ਪਰ ਜੇ ਤੁਸੀਂ ਐਡਵਾਂਸ ਕੇਅਰ ਪਲੈਨਿੰਗ ਬਾਰੇ ਸੋਚ ਰਹੇ ਹੋ ਤਾਂ ਬਹੁਤ ਜ਼ਰੂਰੀ ਹੈ ਕਿ ਇਸ ਕੰਮ ਵਿੱਚ ਜ਼ਿਆਦਾ ਦੇਰੀ ਨਾ ਕੀਤੀ ਜਾਵੇ। ਜੇ ਤੁਹਾਡੇ ਕੋਲ ਡਰਾਈਵਿੰਗ ਲਾਇਸੈਂਸ ਹੈ ਤਾਂ ਕਾਨੂੰਨ ਤੁਹਾਡੇ ਲਈ ਆਪਣੇ ਡਿਮੈਂਸ਼ੀਆ ਦੇ ਨਿਦਾਨ ਦੇ ਬਾਰੇ ਗ੍ਰੇਟ ਬ੍ਰਿਟਨ ਵਿੱਚ ਡਰਾਈਵਰ ਐਂਡ ਵਹੀਕਲ ਲਾਇਸੈਂਸਿੰਗ ਏਜੰਸੀ DVLA ਨੂੰ ਅਤੇ ਉੱਤਰੀ ਆਇਰਲੈਂਡ ਵਿੱਚ ਡਰਾਈਵਰ ਐਂਡ ਵਹੀਕਲ ਲਾਇਸੈਂਸਿੰਗ ਨਾਰਦਰਨ ਆਇਰਲੈਂਡ DVLNI ਨੂੰ ਫੌਰਨ ਸੂਚਨਾ ਦੇਣਾ ਜ਼ਰੂਰੀ ਹੈ। ਤੁਹਾਡੇ ਲਈ ਆਪਣੀ ਕਾਰ ਬੀਮਾ ਕੰਪਨੀ ਨੂੰ ਦੱਸਣਾ ਵੀ ਜ਼ਰੂਰੀ ਹੈ। ਵਿਭਿੰਨ ਰਿਪੋਰਟਾਂ ਦੇ ਆਧਾਰ ਤੇ DVLA ਜਾਂ DVLNI ਇਹ ਫੈਸਲਾ ਕਰਨਗੇ ਕਿ ਤੁਸੀਂ ਹਾਲਾਂ ਵੀ ਗੱਡੀ ਚਲਾ ਸਕਦੇ ਹੋ ਜਾਂ ਨਹੀਂ। ਡਿਮੈਂਸ਼ੀਆ ਵਾਲੇ ਕਈ ਲੋਕ ਆਪਣੇ ਆਪ ਹੀ ਗੱਡੀ ਚਲਾਉਣਾ ਛੱਡ ਦਿੰਦੇ ਹਨ। ਜੇ ਤੁਹਾਨੂੰ ਪੂਰਾ ਯਕੀਨ ਨਹੀਂ ਹੈ ਜਾਂ ਜੇ ਤੁਸੀਂ ਜਾਣੇ ਪਛਾਣੇ ਰਸਤਿਆਂ ਤੇ ਘਬਰਾਹਟ ਵਿੱਚ ਪੈ ਜਾਂਦੇ ਹੋ ਤਾਂ ਬਿਹਤਰ ਹੋਵੇਗਾ ਕਿ ਤੁਸੀਂ ਗੱਡੀ ਚਲਾਉਣਾ ਛੱਡ ਦਿਓ। ਜਿਵੇਂ ਜਿਵੇਂ ਡਿਮੈਂਸ਼ੀਆ ਵਧੇਗਾ, ਇੱਕ ਸਮਾਂ ਅਜਿਹਾ ਆਏਗਾ ਜਦ ਗੱਡੀ ਚਲਾਉਣਾ ਬੰਦ ਕਰਨਾ ਜ਼ਰੂਰੀ ਹੋ ਜਾਏਗਾ। ਗੱਡੀ ਚਲਾਉਣਾ ਛੱਡਣ ਮੁਸ਼ਕਿਲ ਹੋ ਸਕਦਾ ਹੈ, ਪਰ ਇਸ ਦੇ ਕੁਝ ਲਾਭ ਹੋ ਸਕਦੇ ਹਨ, ਜਿਵੇਂ ਘੱਟ ਤਣਾਅ ਮਹਿਸੂਸ ਕਰਨਾ ਅਤੇ ਕਾਰ ਦੇ ਬੀਮੇ ਅਤੇ ਬਾਲਣ ਦੇ ਪੈਸਿਆਂ ਦੀ ਬਚਤ। ਆਵਾਜਾਈ ਦੇ ਦੂਜੇ ਸਾਧਨਾਂ ਦਾ ਪ੍ਰਬੰਧ ਕਰਨ ਅਤੇ ਆਪਣੇ ਪਰਿਵਾਰ ਅਤੇ ਮਿੱਤਰਾਂ ਨਾਲ ਆਪਣੀਆਂ ਭਾਵਨਾਵਾਂ ਬਾਰੇ ਗੱਲ ਕਰਨ ਨਾਲ ਤੁਹਾਨੂੰ ਇਸ ਤਬਦੀਲੀ ਦੇ ਸਮੇਂ ਦੌਰਾਨ ਮਦਦ ਮਿਲ ਸਕਦੀ ਹੈ। ਡਿਮੈਂਸ਼ੀਆ ਦੇ ਨਿਦਾਨ ਦੇ ਬਾਅਦ ਕੰਮ ਕਰਨਾ ਜਾਰੀ ਰੱਖਣਾ ਮੁਮਕਿਨ ਹੈ। ਕੁਝ ਲੋਕਾਂ ਨੇ ਵੇਖਿਆ ਹੈ ਕਿ ਕੰਮ ਕਰਨ ਨਾਲ ਉਹ ਸਰੀਰਕ ਅਤੇ ਭਾਵਨਾਤਮਕ ਤੌਰ ਤੇ ਬਿਹਤਰ ਮਹਿਸੂਸ ਕਰਦੇ ਹਨ, ਪਰ ਕੁਝ ਖਾਸ ਕੰਮਾਂ ਲਈ ਆਪਣੇ ਨੌਕਰੀਦਾਤਾ ਨੂੰ ਤੁਹਾਡੀ ਇਸ ਬਿਮਾਰੀ ਦੇ ਨਿਦਾਨ ਦੇ ਬਾਰੇ ਦੱਸਣਾ ਕਾਨੂੰਨਨ ਜ਼ਰੂਰੀ ਹੈ। ਇਸ ਕਰਕੇ ਆਪਣੇ ਇਕਰਾਰਨਾਮੇ ਨੂੰ ਵੇਖੋ। ਜੇ ਆਪਣੇ ਕੰਮ ਦੇ ਇੱਕ ਹਿੱਸੇ ਵਜੋਂ ਤੁਹਾਨੂੰ ਗੱਡੀ ਚਲਾਉਣੀ ਪੈਂਦੀ ਹੈ ਤਾਂ ਆਪਣੇ ਨੌਕਰੀਦਾਤਾ ਨੂੰ ਫੌਰਨ ਸੂਚਨਾ ਦਿਓ। ਹੋ ਸਕਦਾ ਹੈ ਕਿ ਨੌਕਰੀਦਾਤਾ ਨੂੰ ਆਪਣੀ ਤਕਲੀਫ ਦੇ ਨਿਦਾਨ ਦੇ ਬਾਰੇ ਦੱਸਣ ਵਿੱਚ ਤੁਹਾਨੂੰ ਪਰੇਸ਼ਾਨੀ ਹੋਵੇ, ਪਰ ਦੱਸਣ ਨਾਲ ਤੁਸੀਂ ਕਾਨੂੰਨਨ ਤੌਰ ਤੇ ਸੁਰੱਖਿਅਤ ਰਹੋਗੇ। ਜਦ ਨੌਕਰੀਦਾਤਾ ਨੂੰ ਤੁਹਾਡੀ ਤਕਲੀਫ ਦਾ ਪਤਾ ਚੱਲ ਜਾਵੇਗਾ ਤਾਂ ਉਸ ਦੇ ਲਈ ਅਜਿਹਾ ਵਾਜਬ ਤਬਦੀਲੀਆਂ ਦੀ ਕੋਸ਼ਿਸ਼ ਕਰਨਾ ਜ਼ਰੂਰੀ ਹੋਵੇਗਾ ਜਿਨ੍ਹਾਂ ਨਾਲ ਤੁਸੀਂ ਕੰਮ ਕਰਨਾ ਜਾਰੀ ਰੱਖ ਸਕਦੇ ਹੋ। ਮੇਰਾ ਬੌਸ ਬੜਾ ਹਮਦਰਦ ਹੈ। ਉਸਨੇ ਮੈਨੂੰ ਕਿਹਾ ਹੈ ਕਿ ਮੈਂ ਉਸਨੂੰ ਦੱਸਾਂ ਕਿ ਮੈਂ ਕਿਹੜਾ ਕੰਮ ਕਰ ਸਕਦੀ ਹਾਂ। ਉਸ ਦੇ ਹਿਸਾਬ ਨਾਲ ਉਹ ਮੇਰੇ ਲਈ ਜੌਬ ਤਿਆਰ ਕਰ ਦੇਗਾ। ਮੇਰੇ ਸਾਥੀ ਵਰਕਰ ਵੀ ਮੇਰੇ ਬੜੇ ਮਦਦ ਕਰ ਰਹੇ ਹਨ। ਗੱਲ ਦੇ ਖੁੱਲ੍ਹ ਕੇ ਬਾਹਰ ਆਉਣ ਨਾਲ ਬੜਾ ਫਰਕ ਪਿਆ ਹੈ, ਕਿਉਂਕਿ ਹੁਣ ਅਸੀਂ ਕਿਸੇ ਵੀ ਸਮੱਸਿਆ ਬਾਰੇ ਖੁੱਲ੍ਹ ਕੇ ਗੱਲ ਕਰ ਸਕਦੇ ਹਾਂ।
ਤੁਸੀਂ ਕਈ ਤਰ੍ਹਾਂ ਦੇ ਬੈਨੀਫਿਟਾਂ ਦੇ ਹੱਕਦਾਰ ਵੀ ਹੋ ਸਕਦੇ ਹੋ। ਇਹਨਾਂ ਬੈਨੀਫਿਟਾਂ ਵਿੱਚੋਂ ਪਰਸਨਲ ਇੰਡੀਪੈਂਡੈਂਟ ਪੇਮੈਂਟ, ਸਟੈਚੂਟਰੀ ਸਿਕ ਪੇ, ਐਮਪਲੋਇਮੈਂਟ ਐਂਡ ਸਪੋਰਟ ਅਲਾਊਂਸ, ਹਾਊਸਿੰਗ ਬੈਨੀਫਿਟ ਅਤੇ ਕਾਉਂਸਲ ਟੈਕਸ ਸਪੋਰਟ ਆਦਿ ਸ਼ਾਮਲ ਹਨ। ਕੰਮ ਕਰਨ ਦੀ ਉਮਰ ਵਾਲੇ ਡਿਮੈਂਸ਼ੀਆ ਵਾਲੇ ਲੋਕਾਂ ਲਈ ਅਤੇ ਸ਼ਾਇਦ ਉਹਨਾਂ ਦੀ ਦੇਖਭਾਲ ਕਰਨ ਵਾਲੇ ਲੋਕਾਂ ਲਈ ਵੀ ਕੁਝ ਬੈਨੀਫਿਟਾਂ ਵਿੱਚ ਤਬਦੀਲੀਆਂ ਆ ਰਹੀਆਂ ਹਨ। ਨਵਾਂ ਯੂਨੀਵਰਸਲ ਕ੍ਰੈਡਿਟ ਕਈ ਸਾਧਨ ਆਧਾਰਿਤ ਬੈਨੀਫਿਟਾਂ ਦੀ ਥਾਂ ਲੈ ਲਵੇਗਾ, ਜਿਨ੍ਹਾਂ ਵਿੱਚ ਇਨਕਮ ਸਪੋਰਟ, ਆਮਦਨੀ ਨਾਲ ਜੁੜੇ ਰੋਜ਼ਗਾਰ, ਸਹਾਇਤਾ ਅਲਾਊਂਸ ਅਤੇ ਹਾਊਸਿੰਗ ਬੈਨੀਫਿਟ ਸ਼ਾਮਿਲ ਹਨ। ਇਸ ਬਾਰੇ ਹੋਰ ਜਾਣਕਾਰੀ ਲਈ ਵੈਲਫੇਅਰ ਰਾਈਟਸ ਸਰਵਿਸ ਜਾਂ ਨਾਗਰਿਕ ਸਲਾਹ ਬਿਊਰੋ ਨਾਲ ਸੰਪਰਕ ਕਰੋ। ਭਵਿੱਖ ਲਈ ਯੋਜਨਾਬੰਦੀ ਬਾਰੇ ਜਾਣਕਾਰੀ ਲਈ ਵੈਬਸਾਈਟ alzheimers.org.uk/planning ahead ਤੇ ਜਾਓ। ਅਸੀਂ ਮਿਲਦੇ ਹਾਂ ਅਤੇ ਆਪਣੀ ਇਸ ਤਕਲੀਫ ਦੇ ਬਾਰੇ ਗੱਲ ਕਰਦੇ ਹਾਂ ਅਤੇ ਮੇਰੇ ਖਿਆਲ ਵਿੱਚ ਇਹ ਵੀ ਇੱਕ ਬਹੁਤ ਵੱਡਾ ਲਾਭ ਹੈ। ਇੱਕ ਦੂਜੇ ਦਾ ਮਜ਼ਾਕ ਉਡਾਉਂਦੇ ਤੇ ਚੁਟਕਲੇ ਸੁਣਾਉਂਦੇ ਨੇ। ਤਕਲੀਫ ਤੇ ਹੁੰਦਿਆਂ ਵੀ ਉਹ ਸੁਖੀ ਤੇ ਤਣਾਅ ਤੋਂ ਮੁਕਤ ਹਨ। ਸ਼ੁਰੂ ਵਿੱਚ ਇਹ ਕਿਧਰੇ ਜਾਣਾ ਵੀ ਨਹੀਂ ਚਾਹੁੰਦੇ ਸੀ, ਪਰ ਹੁਣ ਕਿਉਂਕਿ ਇਹਨਾਂ ਨੇ ਕਈ ਚੀਜ਼ਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਹੈ। ਇਹਨਾਂ ਕੋਲ ਸੈਲਸਬਰੀ ਦੀ ਅਲਜ਼ਾਈਮਰ ਸੁਸਾਇਟੀ ਵੱਲੋਂ ਇੱਕ ਸਪੋਰਟ ਵਰਕਰ ਹਫ਼ਤੇ ਵਿੱਚ ਇੱਕ ਵਾਰੀ ਆਉਂਦੀ ਹੈ ਅਤੇ ਇਹਨਾਂ ਨੂੰ ਘਰੋਂ ਬਾਹਰ ਵੱਖ-ਵੱਖ ਥਾਵਾਂ ਤੇ ਲੈ ਜਾਂਦੀ ਹੈ ਅਤੇ ਫਿਰ ਉਹ ਕਿਸੇ ਥਾਂ ਤੇ ਕੌਫੀ ਆਦਿ ਪੀਂਦੇ ਹਨ। ਸੋ ਹੁਣ ਇਹਨਾਂ ਦਾ ਜੀਵਨ ਪਹਿਲਾਂ ਨਾਲੋਂ ਜ਼ਿਆਦਾ ਐਕਟਿਵ ਹੋ ਗਿਆ ਹੈ। ਡਿਮੈਂਸ਼ੀਆ ਦਾ ਨਿਦਾਨ ਬੜਾ ਡਰਾਉਣ ਵਾਲਾ ਹੋ ਸਕਦਾ ਹੈ ਅਤੇ ਭਵਿੱਖ ਦੇ ਬਾਰੇ ਕਈ ਸਵਾਲ ਖੜੇ ਕਰ ਸਕਦਾ ਹੈ। ਮਦਦ ਮੰਗਣਾ ਮੁਸ਼ਕਿਲ ਜਾਪ ਸਕਦਾ ਹੈ, ਖਾਸ ਤੌਰ ਤੇ ਜੇ ਤੁਸੀਂ ਹਮੇਸ਼ਾ ਆਤਮ ਨਿਰਭਰ ਰਹੇ ਹੋ। ਹੋ ਸਕਦਾ ਹੈ ਕਿ ਤੁਹਾਨੂੰ ਮਦਦ ਦੀ ਫੌਰਨ ਲੋੜ ਨਾ ਪਵੇ, ਪਰ ਇਹ ਜਾਣਨਾ ਲਾਹੇਵੰਦ ਹੋ ਸਕਦਾ ਹੈ ਕਿ ਚੰਗਾ ਜੀਵਨ ਬਿਤਾਉਣ ਅਤੇ ਜਦ ਤੱਕ ਮੁਮਕਿਨ ਹੋ ਸਕੇ ਆਤਮ ਨਿਰਭਰ ਰਹਿਣ ਵਿੱਚ ਤੁਹਾਡੀ ਮਦਦ ਕਰਨ ਲਈ ਬਹੁਤ ਤਰ੍ਹਾਂ ਦੀ ਜਾਣਕਾਰੀ ਅਤੇ ਸਹਾਇਤਾ ਮਿਲ ਸਕਦੀ ਹੈ। ਜਾਣਕਾਰੀ ਅਤੇ ਸਹਾਇਤਾ ਦੇ ਮੁੱਖ ਸਰੋਤ NHS, ਸਮਾਜਿਕ ਸੇਵਾਵਾਂ, ਪ੍ਰਾਈਵੇਟ ਕੰਪਨੀਆਂ ਅਤੇ ਚੈਰਿਟੀਆਂ ਅਤੇ ਗੈਰ ਮੁਨਾਫਾ ਸੰਸਥਾਵਾਂ ਹਨ। ਆਪਣੇ ਇਲਾਕੇ ਵਿੱਚ ਸੇਵਾਵਾਂ ਬਾਰੇ ਪਤਾ ਲਗਾਉਣ ਲਈ ਸ਼ੁਰੂ ਵਿੱਚ ਸਥਾਨਕ ਯਾਦਾਸ਼ਤ ਸੇਵਾ, ਸੋਸ਼ਲ ਸਰਵਿਸਿਜ਼ ਵਿਭਾਗ, GP, ਅਲਜ਼ਾਈਮਰ ਸੁਸਾਇਟੀ ਜਾਂ ਨਾਗਰਿਕ ਸਲਾਹ ਬਿਊਰੋ ਨਾਲ ਸੰਪਰਕ ਕਰੋ। ਅਲਜ਼ਾਈਮਰ ਸੁਸਾਇਟੀ ਵਰਗੀਆਂ ਸੰਸਥਾਵਾਂ ਡਿਮੈਂਸ਼ੀਆ ਵਾਲੇ ਲੋਕਾਂ, ਉਹਨਾਂ ਦੇ ਪਰਿਵਾਰਾਂ ਅਤੇ ਦੇਖਭਾਲਕਰਤਾ ਦੀ ਕਈ ਤਰੀਕਿਆਂ ਨਾਲ ਮਦਦ ਕਰ ਸਕਦੀਆਂ ਹਨ। ਇਹਨਾਂ ਵਿੱਚ ਡਿਮੈਂਸ਼ੀਆ ਸਹਾਇਕ ਵਰਕਰ ਅਤੇ ਸਹਾਇਕ ਗਰੁੱਪ, ਟੈਲੀਫੋਨ ਹੈਲਪਲਾਈਨਾਂ ਅਤੇ ਜਾਣਕਾਰੀ ਸਮੱਗਰੀ ਸ਼ਾਮਿਲ ਹਨ। ਬਹੁਤ ਤਰ੍ਹਾਂ ਦੇ ਵੱਖੋ ਵੱਖਰੇ ਪੇਸ਼ੇਵਰ ਜਿਵੇਂ ਕਮਿਊਨਿਟੀ ਨਰਸਾਂ, ਡਾਇਟੀਸ਼ੀਅਨ ਅਤੇ ਆਕੂਪੇਸ਼ਨਲ ਥੈਰੇਪਿਸਟ ਤੁਹਾਡੀਆਂ ਰੋਜ਼ਾਨਾ ਜੀਵਨ ਦੀਆਂ ਮਹਾਰਤਾਂ ਬਰਕਰਾਰ ਰੱਖਣ ਵਿੱਚ ਮਦਦ ਕਰ ਸਕਦੇ ਹਨ। ਸੋਸ਼ਲ ਵਰਕਰ ਅਤੇ ਹੋਮ ਕੇਅਰਰ ਵਰਗੇ ਸਮਾਜਿਕ ਦੇਖਭਾਲ ਪੇਸ਼ੇਵਰ ਵੀ ਤੁਹਾਨੂੰ ਸਲਾਹ ਦੇ ਸਕਦੇ ਹਨ। ਜੇ ਤੁਹਾਨੂੰ ਘਰ ਦੇ ਅੰਦਰ ਹੋਰ ਮੈਡੀਕਲ ਸਹਾਇਤਾ ਦੀ ਲੋੜ ਹੈ ਤਾਂ ਸਭ ਤੋਂ ਪਹਿਲਾਂ ਸੋਸ਼ਲ ਸਰਵਿਸਿਜ਼ ਨੂੰ ਕਮਿਊਨਿਟੀ ਦੇਖਭਾਲ ਮੁਲਾਂਕਣ ਲਈ ਲਿਖੋ। ਇਸ ਦਾ ਉਦੇਸ਼ ਉਹਨਾਂ ਤਰੀਕਿਆਂ ਦਾ ਪਤਾ ਲਾਉਣਾ ਹੈ ਜਿਨ੍ਹਾਂ ਰਾਹੀਂ ਤੁਹਾਡੇ ਜੀਵਨ ਦੀ ਕੁਆਲਿਟੀ ਅਤੇ ਤੁਹਾਡੀ ਆਤਮ ਨਿਰਭਰਤਾ ਨੂੰ ਬਰਕਰਾਰ ਰੱਖਿਆ ਜਾ ਸਕਦਾ ਹੈ। ਇਸ ਵਿੱਚ ਸੋਸ਼ਲ ਸਰਵਿਸਿਜ਼ ਦੇ ਕਿਸੇ ਵਿਅਕਤੀ ਨਾਲ ਤੁਹਾਡੀ ਗੱਲਬਾਤ ਵੀ ਸ਼ਾਮਿਲ ਹਨ। ਤੁਹਾਨੂੰ ਇੱਕ ਫਾਰਮ ਵੀ ਭਰਨ ਲਈ ਆਖਿਆ ਜਾ ਸਕਦਾ ਹੈ, ਜਿਸ ਨੂੰ ਭਰਨ ਵਿੱਚ ਉਹ ਤੁਹਾਡੀ ਮਦਦ ਵੀ ਕਰ ਸਕਦੇ ਹਨ। ਕਮਿਊਨਿਟੀ ਦੇਖਭਾਲ ਮੁਲਾਂਕਣ ਦਾ ਪ੍ਰਬੰਧ ਕਰਨ ਲਈ ਤੁਸੀਂ ਜਾਂ ਤੁਹਾਡਾ ਕੋਈ ਨਜ਼ਦੀਕੀ ਸੋਸ਼ਲ ਸਰਵਿਸਿਜ਼ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ, ਜਾਂ ਤੁਹਾਡੀ ਦੇਖਭਾਲ ਵਿੱਚ ਸ਼ਾਮਿਲ ਕੋਈ ਪੇਸ਼ੇਵਰ ਰੈਫਰਲ ਬਣਾ ਸਕਦਾ ਹੈ। ਤੁਹਾਡੀ ਦੇਖਭਾਲ ਅਤੇ ਸਹਾਇਤਾ ਦੀ ਲਿਖਤੀ ਯੋਜਨਾ ਤਿਆਰ ਕਰਨ ਲਈ ਸੋਸ਼ਲ ਸਰਵਿਸਿਜ਼ ਕਿਸੇ ਵਿਅਕਤੀ, ਆਮ ਤੌਰ ਤੇ ਇੱਕ ਸੋਸ਼ਲ ਵਰਕਰ ਦੀ ਨਿਯੁਕਤੀ ਕਰਨਗੇ। ਇਸ ਯੋਜਨਾ ਲਿਖਤੀ ਵਿੱਚ ਇਸ ਗੱਲ ਉੱਪਰ ਵਿਚਾਰ ਕੀਤਾ ਜਾਵੇਗਾ ਕਿ ਤੁਹਾਡੀ ਲੋੜਾਂ ਨੂੰ ਕਿਵੇਂ ਪੂਰਾ ਕਰ ਸਕਦੇ ਹਨ। ਕੁਝ ਸੇਵਾਵਾਂ ਲਈ ਉਹ ਤੁਹਾਡੇ ਕੋਲੋਂ ਪੈਸੇ ਲੈ ਸਕਦੇ ਹਨ, ਜਾਂ ਉਹ ਸ਼ਾਇਦ ਨਿੱਜੀ ਬਜਟ ਜਾਂ ਸਿੱਧੇ ਭੁਗਤਾਨ ਵਜੋਂ, ਯਾਨੀ ਉਸ ਪੈਸੇ ਵਜੋਂ ਜੋ ਤੁਹਾਨੂੰ ਲੋਕਲ ਅਥਾਰਟੀ ਕੋਲੋਂ ਮਿਲਦਾ ਹੈ ਅਤੇ ਜਿਸ ਦੀ ਵਰਤੋਂ ਤੁਸੀਂ ਆਪਣੀ ਦੇਖਭਾਲ ਅਤੇ ਸਹਾਇਤਾ ਲਈ ਕਰਦੇ ਹੋ, ਲੈ ਸਕਦੇ ਹਨ। ਜੇ ਤੁਹਾਡੇ ਵਿੱਚ ਡਿਮੈਂਸ਼ੀਆ ਦਾ ਨਿਦਾਨ 40 ਤੋਂ 65 ਸਾਲ ਦੀ ਉਮਰ ਵਿੱਚ ਹੋਇਆ ਹੈ ਤਾਂ ਤੁਹਾਡੇ ਲਈ ਜ਼ਰੂਰੀ ਮੁੱਦੇ, ਦੇਖਭਾਲ ਅਤੇ ਸਹਾਇਤਾ ਦੀਆਂ ਲੋੜਾਂ ਵੱਡੀ ਉਮਰ ਦੇ ਵਿਅਕਤੀ ਨਾਲੋਂ ਬਹੁਤ ਵੱਖਰੀਆਂ ਹੋਣਗੀਆਂ। ਮਿਸਾਲ ਲਈ, ਘੱਟ ਉਮਰ ਵਾਲੇ ਵਿਅਕਤੀ ਜਾਂ ਉਸ ਦੇ ਪਾਰਟਨਰ ਦੇ ਕੰਮ ਕਰਦੇ ਹੋਣ ਦੀ, ਉਸ ਦੇ ਉੱਪਰ ਆਸ਼ਰਿਤ ਲੋਕਾਂ ਦੇ ਹੋਣ ਦੀ ਅਤੇ ਹਾਲਾਂ ਵੀ ਮੌਰਗੇਜ ਚਾਲੂ ਹੋਣ ਦੀ ਸੰਭਾਵਨਾ ਜ਼ਿਆਦਾ ਹੈ।
ਘੱਟ ਉਮਰ ਦੇ ਲੋਕਾਂ ਲਈ ਵਾਜਬ ਸੇਵਾਵਾਂ ਦੀ ਸੰਖਿਆ ਵਧ ਰਹੀ ਹੈ, ਪਰ ਪ੍ਰਗਤੀ ਦੀ ਰਫ਼ਤਾਰ ਘੱਟ ਹੈ ਅਤੇ ਹੋ ਸਕਦਾ ਹੈ ਕਿ ਤੁਹਾਡੇ ਸਥਾਨਕ ਇਲਾਕੇ ਵਿੱਚ ਸੇਵਾਵਾਂ ਉਪਲਬਧ ਨਾ ਹੋਣ। ਘੱਟ ਉਮਰ ਵਾਲੇ ਡਿਮੈਂਸ਼ੀਆ ਵਾਲੇ ਲੋਕਾਂ ਲਈ ਉਪਲਬਧ ਸਹਾਇਤਾ ਅਤੇ ਸੇਵਾਵਾਂ ਬਾਰੇ ਆਪਣੇ ਯਾਦਦਾਸ਼ਤ ਕਲੀਨਿਕ, ਸਲਾਹਕਾਰ, ਜੀਪੀ ਜਾਂ ਸੋਸ਼ਲ ਸਰਵਿਸਿਜ਼ ਕੋਲੋਂ ਪੁੱਛੋ। ਤੁਹਾਡੇ ਇਲਾਕੇ ਵਿੱਚ ਰਹਿਣ ਵਾਲੇ ਤੁਹਾਡੇ ਵਰਗੇ ਹਾਲਾਤ ਵਾਲੇ ਲੋਕਾਂ ਤੁਹਾਡੇ ਪਰਿਵਾਰ ਦਾ ਜਾਂ ਦੇਖਭਾਲਕਰਤਾ ਦਾ ਸੰਪਰਕ ਕਰਾਉਣ ਲਈ ਅਲਜ਼ਾਈਮਰ ਸੁਸਾਇਟੀ ਨਾਲ ਸੰਪਰਕ ਕਰੋ। ਅਲਜ਼ਾਈਮਰ ਸੁਸਾਇਟੀ ਦੇ ਆਨਲਾਈਨ ਵਿਚਾਰ ਵਟਾਂਦਰੇ ਦੇ ਮੰਚ ਟਾਕਿੰਗ ਪੁਆਇੰਟ ਵਿੱਚ ਇੱਕ ਹਿੱਸਾ ਡਿਮੈਂਸ਼ੀਆ ਵਾਲੇ ਘੱਟ ਉਮਰ ਦੇ ਲੋਕਾਂ ਅਤੇ ਉਹਨਾਂ ਦੀ ਦੇਖਭਾਲ ਕਰਨ ਵਾਲੇ ਲੋਕਾਂ ਲਈ ਹੈ, ਜੋ ਤੁਹਾਡੇ ਲਈ ਵੀ ਲਾਭਦਾਇਕ ਹੋ ਸਕਦਾ ਹੈ। ਕਿਸੇ ਖਾਸ ਕਿਸਮ ਦੇ ਡਿਮੈਂਸ਼ੀਆ ਵਾਲੇ ਲੋਕਾਂ ਦੀ ਸਹਾਇਤਾ ਕਰਨ ਵਾਲੀਆਂ ਵੈਬਸਾਈਟਾਂ ਅਤੇ ਨਿਊਜ਼ ਲੈਟਰਾਂ ਤੋਂ ਵੀ ਸ਼ਾਇਦ ਤੁਹਾਨੂੰ ਕੁਝ ਮਦਦ ਮਿਲ ਸਕਦੀ ਹੈ। ਡਿਮੈਂਸ਼ੀਆ ਵਾਲੇ ਲੋਕਾਂ ਲਈ ਉਪਲਬਧ ਸੇਵਾਵਾਂ ਬਾਰੇ ਹੋਰ ਜਾਣਕਾਰੀ ਲਈ alzheimers.org.uk/support services ਤੇ ਜਾਓ। ਡਿਮੈਂਸ਼ੀਆ ਵਾਲੇ ਕਿਸੇ ਵਿਅਕਤੀ ਦੀ ਦੇਖਭਾਲ ਕਰਨਾ ਬਹੁਤ ਤਣਾਅਪੂਰਨ ਅਤੇ ਕਈ ਵਾਰੀ ਬਹੁਤ ਪਰੇਸ਼ਾਨ ਕਰਨ ਵਾਲਾ ਕੰਮ ਹੋ ਸਕਦਾ ਹੈ, ਪਰ ਨਾਲ ਹੀ ਇਹ ਇੱਕ ਫਲਦਾਇਕ ਕੰਮ ਵੀ ਹੋ ਸਕਦਾ ਹੈ। ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੀ ਸਿਹਤ ਅਤੇ ਖੈਰੀਅਤ ਦਾ ਵੀ ਧਿਆਨ ਰੱਖੋ ਤੇ ਲੋੜ ਪੈਣ ਤੇ ਦੂਜਿਆਂ ਕੋਲੋਂ ਮਦਦ ਲਓ। ਇਹਨਾਂ ਦੇ ਡਿਮੈਂਸ਼ੀਆ ਦਾ ਨਿਦਾਨ ਹੋਣ ਦੇ ਫੌਰਨ ਬਾਅਦ ਮੈਂ ਅਲਜ਼ਾਈਮਰ ਸੁਸਾਇਟੀ ਵੱਲੋਂ ਦੇਖਭਾਲ ਕਰਦਾ ਲੋਕਾਂ ਲਈ ਚਲਾਇਆ ਗਿਆ ਇੱਕ ਬਹੁਤ ਹੀ ਵਧੀਆ ਕੋਰਸ ਸ਼ੁਰੂ ਕੀਤਾ। ਇਹ ਬਹੁਤ ਵਧੀਆ ਕੋਰਸ ਸੀ ਕਿਉਂਕਿ ਉਸਨੇ ਬਹੁਤ ਕੁਝ ਸਿਖਾਇਆ ਤੇ ਅਸੀਂ ਸਵਾਲ ਵੀ ਪੁੱਛ ਸਕਦੇ ਸੀ। ਉਹਨਾਂ ਨੇ ਇੱਕ ਕਾਨੂੰਨੀ ਸਲਾਹਕਾਰ ਨੂੰ ਵੀ ਬੁਲਾਇਆ ਹੋਇਆ ਸੀ ਸਾਡੇ ਨਾਲ ਗੱਲਬਾਤ ਲਈ ਤੇ ਇੱਕ ਮਾਲੀ ਮਾਮਲਿਆਂ ਦੇ ਸਲਾਹਕਾਰ ਨੂੰ ਵੀ। ਸਾਡੇ ਸਾਰੇ ਸਵਾਲਾਂ ਦੇ ਜਵਾਬ ਫੌਰਨ ਦਿੱਤੇ ਗਏ ਅਤੇ ਤੁਸੀਂ ਕੁਝ ਹਫ਼ਤਿਆਂ ਬਾਅਦ ਵੀ ਆ ਕੇ ਸਵਾਲ ਪੁੱਛ ਸਕਦੇ ਹੋ ਤੇ ਉਹ ਤੁਹਾਡੇ ਲਈ ਜਵਾਬ ਪਤਾ ਲਗਾਉਣਗੇ। ਇਹ ਬਹੁਤ ਵਧੀਆ ਗੱਲ ਸੀ। ਹਰ ਵਿਅਕਤੀ ਵੱਖਰਾ ਹੁੰਦਾ ਹੈ, ਪਰ ਵੱਖ-ਵੱਖ ਸਮਿਆਂ ਤੇ ਤੁਸੀਂ ਸ਼ਾਇਦ ਵੱਖ-ਵੱਖ ਤਰ੍ਹਾਂ ਦੀਆਂ ਭਾਵਨਾਵਾਂ ਮਹਿਸੂਸ ਕਰੋਗੇ। ਸਮਾਂ ਕੱਢ ਕੇ ਸੋਚਣ ਦੀ ਕੋਸ਼ਿਸ਼ ਕਰੋ ਕਿ ਤੁਸੀਂ ਕਿੰਜ ਮਹਿਸੂਸ ਕਰ ਰਹੇ ਹੋ ਅਤੇ ਆਪਣੇ ਕਿਸ ਵਿਸ਼ਵਾਸ ਪਾਤਰ ਵਿਅਕਤੀ ਨਾਲ ਗੱਲ ਕਰੋ। ਜੇ ਤੁਸੀਂ ਇੰਟਰਨੈਟ ਦੀ ਵਰਤੋਂ ਕਰਦੇ ਹੋ ਤਾਂ ਤੁਸੀਂ ਟਾਕਿੰਗ ਪੁਆਇੰਟ ਵਰਗੇ ਕਿਸੇ ਆਨਲਾਈਨ ਵਿਚਾਰ ਵਟਾਂਦਰਾ ਅਤੇ ਸਹਾਇਤਾ ਗਰੁੱਪ ਨੂੰ ਆਜ਼ਮਾ ਸਕਦੇ ਹੋ। ਮਦਦ ਲੈਣ ਨਾਲ ਤੁਹਾਡੇ ਲਈ ਦੇਖਭਾਲ ਕਰਨਾ ਜ਼ਿਆਦਾ ਆਸਾਨ ਹੋ ਜਾਵੇਗਾ ਅਤੇ ਇਹ ਉਸ ਵਿਅਕਤੀ ਲਈ ਵੀ ਬਿਹਤਰ ਹੋਵੇਗਾ। ਦੇਖਭਾਲਕਰਤਾ ਦੀ ਸਹਾਇਤਾ ਲਈ ਸਰੋਤਾਂ ਵਿੱਚ ਸ਼ਾਮਲ ਹਨ ਮਿੱਤਰ ਅਤੇ ਪਰਿਵਾਰ, ਸਿਹਤ ਅਤੇ ਸਮਾਜਿਕ ਦੇਖਭਾਲ ਪੇਸ਼ੇਵਰ, ਯਾਦਦਾਸ਼ਤ ਸੇਵਾਵਾਂ, ਦੇਖਭਾਲ ਸਪੋਰਟ ਗਰੁੱਪ ਅਤੇ ਅਲਜ਼ਾਈਮਰ ਸੁਸਾਇਟੀ ਵਰਗੀਆਂ ਸੰਸਥਾਵਾਂ। ਇੱਕ ਦੇਖਭਾਲਕਰਤਾ ਵਜੋਂ ਖੁਦ ਆਪਣੀ ਸਿਹਤ ਅਤੇ ਕਲਿਆਣ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇਸ ਦੇ ਲਈ ਬਹੁਤ ਜ਼ਰੂਰੀ ਹੈ ਕਿ ਤੁਸੀਂ ਸੰਤੁਲਿਤ ਭੋਜਨ ਖਾਓ ਅਤੇ ਨੇਮ ਨਾਲ ਕਸਰਤ ਅਤੇ ਸਰੀਰਕ ਸਰਗਰਮੀਆਂ ਲਈ ਸਮਾਂ ਕੱਢੋ। ਸੈਰ ਕਰਨ ਨਾਲ ਵੀ ਮਦਦ ਮਿਲੇਗੀ। ਆਪਣੀ ਸਿਹਤ ਬਾਰੇ ਜੀਪੀ ਨੂੰ ਨੇਮ ਨਾਲ ਮਿਲੋ। ਜੇ ਤੁਹਾਨੂੰ ਸੌਣ ਵਿੱਚ ਮੁਸ਼ਕਿਲ ਹੋ ਰਹੀ ਹੈ ਜਾਂ ਜੇ ਤੁਸੀਂ ਕਾਫੀ ਸਮਾਂ ਉਦਾਸ ਜਾਂ ਬੇਚੈਨ ਰਹਿੰਦੇ ਹੋ ਤਾਂ ਆਪਣੇ ਜੀਪੀ ਦੇ ਨਾਲ ਛੇਤੀ ਤੋਂ ਛੇਤੀ ਗੱਲ ਕਰੋ, ਕਿਉਂਕਿ ਇਹ ਡਿਪਰੈਸ਼ਨ ਦੇ ਚਿੰਨ੍ਹ ਹੋ ਸਕਦੇ ਹਨ। ਪੱਕਾ ਕਰੋ ਕਿ ਤੁਹਾਡੇ ਕੋਲ ਨੇਮ ਨਾਲ ਆਰਾਮ ਕਰਨ ਜਾਂ ਆਪਣੀ ਕੋਈ ਮਨਪਸੰਦ ਨਿੱਜੀ ਕੰਮ ਕਰਨ ਦਾ ਸਮਾਂ ਹੋਵੇ। ਨੇਮ ਨਾਲ ਮਿੱਤਰਾਂ ਨੂੰ ਮਿਲਣ ਲਈ ਬਾਹਰ ਜਾਣ ਦੀ ਕੋਸ਼ਿਸ਼ ਕਰੋ। ਜੇ ਹੋ ਸਕੇ ਤਾਂ ਕਿਧਰੇ ਬਾਹਰ ਜਾਣ ਜਾਂ ਥੋੜ੍ਹੇ ਸਮੇਂ ਲਈ ਛੁੱਟੀ ਲੈਣ ਉੱਪਰ ਵੀ ਵਿਚਾਰ ਕਰੋ, ਕਿਉਂਕਿ ਇਸ ਨਾਲ ਤਣਾਅ ਘੱਟ ਸਕਦਾ ਹੈ ਅਤੇ ਤੁਸੀਂ ਤਾਜ਼ਾ ਮਹਿਸੂਸ ਕਰ ਸਕਦੇ ਹੋ। ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਸ ਦੇ ਲਈ ਡੇ ਕੇਅਰ ਜਾਂ ਰਿਸਪਾਈਟ ਸਪੋਰਟ ਬਾਰੇ ਪਤਾ ਕਰੋ, ਜੇ ਤੁਹਾਨੂੰ ਆਪਣੇ ਲਈ ਸਮਾਂ ਵੀ ਮਿਲ ਸਕੇ ਅਤੇ ਉਸ ਵਿਅਕਤੀ ਦਾ ਵੀ ਚੰਗਾ ਧਿਆਨ ਰੱਖਿਆ ਜਾਵੇ। ਸਮੱਸਿਆ ਵਾਲੇ ਕਿਸੇ ਵੀ ਵਿਅਕਤੀ ਲਈ ਇਹ ਗੱਲ ਮਦਦਗਾਰ ਹੋ ਸਕਦੀ ਹੈ। ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਉਹ ਕਿਸ ਤਰ੍ਹਾਂ ਦਾ ਵਿਅਕਤੀ ਹੈ। ਠੀਕ, ਇਸ ਨਾਲ ਤੁਹਾਡਾ ਕੰਮ ਜ਼ਿਆਦਾ ਲਾਹੇਵੰਦ ਹੋਵੇਗਾ। ਵਿਅਕਤੀ ਦੀ ਦੇਖਭਾਲ ਕਰਨਾ ਕਾਫੀ ਹੱਦ ਤੱਕ ਕੁਦਰਤੀ ਤੌਰ ਤੇ ਆ ਜਾਂਦਾ ਹੈ। ਤੁਸੀਂ ਸ਼ਾਇਦ ਇਸ ਵਿਅਕਤੀ ਨੂੰ ਸਭ ਤੋਂ ਬਿਹਤਰ ਜਾਣਦੇ ਹੋ, ਇਸ ਲਈ ਜ਼ਰੂਰੀ ਹੈ ਕਿ ਤੁਸੀਂ ਉਸ ਦੇ ਵਿੱਚ ਵਿਅਕਤੀ ਨੂੰ ਦੇਖਣਾ ਜਾਰੀ ਰੱਖੋ, ਉਸ ਦੀ ਡਿਮੈਂਸ਼ੀਆ ਨੂੰ ਨਹੀਂ। ਮਦਦ ਕਰਦੇ ਸਮੇਂ ਉਹਨਾਂ ਕੰਮਾਂ ਤੇ ਧਿਆਨ ਕੇਂਦਰਿਤ ਕਰੋ ਜੋ ਕਰ ਸਕਦੇ ਹਨ, ਉਹਨਾਂ ਤੇ ਨਹੀਂ ਜੋ ਨਹੀਂ ਕਰ ਸਕਦੇ। ਮਿਸਾਲ ਲਈ, ਕੱਪੜੇ ਬਾਹਰ ਕੱਢ ਕੇ ਰੱਖ ਦਿਓ ਅਤੇ ਉਹਨਾਂ ਨੂੰ ਆਪਣੇ ਆਪ ਪਾਣ ਦਿਓ। ਹੋ ਸਕਦਾ ਹੈ ਕਿ ਉਹਨਾਂ ਨੂੰ ਯਾਦ ਕਰਨ ਜਾਂ ਧਿਆਨ ਕੇਂਦਰਿਤ ਕਰਨ ਵਿੱਚ ਕਠਿਨਾਈ ਹੋਵੇ। ਇਸ ਲਈ ਲਚਕੀਲੇ ਅਤੇ ਸ਼ਾਂਤ ਰਹਿਣ ਦੀ ਕੋਸ਼ਿਸ਼ ਕਰੋ। ਕੋਈ ਵੀ ਕੰਮ ਕਰਨ ਲਈ ਵਾਧੂ ਸਮਾਂ ਦਿਓ। ਆਪਣੇ ਆਪ ਨੂੰ ਉਹਨਾਂ ਦੀ ਥਾਂ ਤੇ ਰੱਖੋ। ਸਮਝਣ ਦੀ ਕੋਸ਼ਿਸ਼ ਕਰੋ ਕਿ ਉਹ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋਣਗੇ ਅਤੇ ਉਹ ਕਿਸ ਤਰ੍ਹਾਂ ਦੀ ਦੇਖਭਾਲ ਚਾਹੁੰਦੇ ਹੋਣਗੇ। ਜਿੱਥੇ ਤੱਕ ਹੋ ਸਕੇ ਉਸ ਵਿਅਕਤੀ ਨੂੰ ਗੱਲਬਾਤ ਅਤੇ ਕੰਮਾਂ ਵਿੱਚ ਸ਼ਾਮਿਲ ਰੱਖੋ। ਪੱਕਾ ਕਰੋ ਕਿ ਉਹਨਾਂ ਕੋਲ ਕਰਨ ਲਈ ਕੋਈ ਵਾਜਬ ਕੰਮ ਹੋਣ। ਜੇ ਹੋ ਸਕੇ ਤਾਂ ਇਹ ਕੰਮ ਇਕੱਠੇ ਮਿਲ ਕੇ ਕਰੋ। ਡਿਮੈਂਸ਼ੀਆ ਦਾ ਅਸਰ ਵਿਅਕਤੀ ਦੀ ਗੱਲਬਾਤ ਕਰਨ ਦੀ ਯੋਗਤਾ ਉੱਪਰ ਪਵੇਗਾ। ਜ਼ਿਆਦਾਤਰ ਲੋਕਾਂ ਨੂੰ ਕਈ ਵਾਰੀ ਸਹੀ ਸ਼ਬਦ ਲੱਭਣ ਤੇ ਗੱਲਬਾਤ ਸਮਝਣ ਵਿੱਚ ਕਠਿਨਾਈ ਹੁੰਦੀ ਹੈ, ਜੋ ਤੁਹਾਡੇ ਦੋਨੋਂ ਲਈ ਪਰੇਸ਼ਾਨੀ ਅਤੇ ਨਿਰਾਸ਼ਾ ਦਾ ਕਾਰਨ ਹੋ ਸਕਦਾ ਹੈ।
ਉਸ ਵਿਅਕਤੀ ਨਾਲ ਅੱਖਾਂ ਨਾਲ ਸੰਪਰਕ ਕਰੋ ਅਤੇ ਬਹੁਤ ਧਿਆਨ ਨਾਲ ਉਸ ਨੂੰ ਸੁਣੋ। ਆਪਣੇ ਸਰੀਰ ਦੀ ਭਾਸ਼ਾ ਦੇ ਉੱਪਰ ਧਿਆਨ ਦਿਓ। ਸਾਫ਼-ਸਾਫ਼ ਬੋਲਣ ਦੀ ਕੋਸ਼ਿਸ਼ ਕਰੋ। ਜੇ ਤੁਹਾਡੀ ਗੱਲ ਸਮਝ ਨਾ ਆਵੇ ਤਾਂ ਜ਼ਿਆਦਾ ਆਸਾਨ ਸ਼ਬਦਾਂ ਦੀ ਵਰਤੋਂ ਕਰੋ ਜਾਂ ਗੱਲ ਕਿਸੇ ਹੋਰ ਤਰੀਕੇ ਨਾਲ ਸਮਝਾਓ। ਯਾਦ ਰੱਖੋ ਕਿ ਗੱਲਬਾਤ ਦੇ ਉੱਪਰ ਸਿਰਫ ਡਿਮੈਂਸ਼ੀਆ ਹੀ ਨਹੀਂ, ਦੂਜੀਆਂ ਚੀਜ਼ਾਂ ਵੀ ਅਸਰ ਕਰ ਸਕਦੀਆਂ ਹਨ, ਜਿਵੇਂ ਸੁਣਨ ਜਾਂ ਦੇਖਣ ਵਿੱਚ ਕਠਿਨਾਈ, ਦਰਦ ਜਾਂ ਦਵਾਈ ਦੇ ਮਾੜੇ ਅਸਰ। ਹਾਸੇ ਮਜ਼ਾਕ ਨਾਲ ਤਣਾਅ ਘਟ ਸਕਦਾ ਹੈ, ਪਰ ਤੁਹਾਨੂੰ ਵੇਖਣਾ ਪਵੇਗਾ ਕਿ ਉਸ ਵਿਅਕਤੀ ਦੀ ਪ੍ਰਤੀਕਿਰਿਆ ਕਿਵੇਂ ਜਿਹੀ ਹੋਏਗੀ। ਕਈ ਵਾਰੀ ਡਿਮੈਂਸ਼ੀਆ ਵਾਲੇ ਵਿਅਕਤੀ ਦਾ ਵਤੀਰਾ ਪਹਿਲਾਂ ਨਾਲੋਂ ਬਦਲ ਜਾਂਦਾ ਹੈ ਅਤੇ ਸਾਨੂੰ ਅਸਾਧਾਰਨ ਚੁਣੌਤੀਪੂਰਨ ਜਾਪ ਸਕਦਾ ਹੈ, ਜਿਵੇਂ ਬਾਰ-ਬਾਰ ਉਹੀ ਸਵਾਲ ਪੁੱਛਣਾ, ਕੋਈ ਕਿਹਾ ਬਾਰ-ਬਾਰ ਦੁਹਰਾਣਾ, ਚਹਿਲ-ਕਦਮੀ ਕਰਨਾ ਜਾਂ ਬੇਚੈਨੀ ਨਾਲ ਸਰੀਰ ਦਾ ਕੋਈ ਅੰਗ ਹਿਲਾਣਾ। ਲੋਕਾਂ ਦੀ ਮੌਜੂਦਗੀ ਵਿੱਚ ਕੋਈ ਸਮਾਜਿਕ ਤੌਰ ਤੇ ਗੈਰ ਵਾਜਬ ਹਰਕਤ ਕਰਨਾ ਅਤੇ ਇਹ ਸੋਚਣਾ ਕਿ ਕਿਸੇ ਨੇ ਉਸ ਦੀ ਕੋਈ ਚੀਜ਼ ਚੁਰਾ ਲਈ ਹੈ। ਜ਼ਿਆਦਾ ਚੁਣੌਤੀ ਦੇਣ ਵਾਲੇ ਵਿਵਹਾਰਾਂ ਵਿੱਚ ਸ਼ਾਮਿਲ ਹੋ ਸਕਦੇ ਹਨ ਬਹੁਤ ਜ਼ਿਆਦਾ ਉਤੇਜਿਤ ਹੋ ਜਾਣਾ ਜਾਂ ਚੀਖਣਾ ਚਿੱਲਾਣਾ। ਇਹ ਵਿਅਕਤੀ ਸਰੀਰਕ ਤੌਰ ਤੇ ਜਾਂ ਸ਼ਬਦਾਂ ਰਾਹੀਂ ਆਕਰਮਣਸ਼ੀਲ ਵੀ ਹੋ ਸਕਦਾ ਹੈ। ਅਜਿਹੀ ਤਣਾਅਪੂਰਨ ਸਥਿਤੀ ਨਾਲ ਵੱਧ ਤੋਂ ਵੱਧ ਸ਼ਾਂਤੀ ਨਾਲ ਨਜਿੱਠਣਾ ਹੀ ਸਭ ਤੋਂ ਬਿਹਤਰ ਹੈ। ਯਾਦ ਰੱਖੋ, ਤੁਹਾਡੇ ਖਿਲਾਫ ਅਜਿਹਾ ਵਿਵਹਾਰ ਵੀ ਸਿਰਫ ਇਸ ਕਾਰਨ ਹੋ ਸਕਦਾ ਹੈ ਕਿਉਂਕਿ ਤੁਸੀਂ ਉੱਥੇ ਮੌਜੂਦ ਹੋ। ਲੱਛਣ ਕਿਸੇ ਸਧਾਰਨ ਅਤੇ ਠੀਕ ਹੋ ਸਕਣ ਵਾਲੀ ਸਿਹਤ ਦੀ ਸਮੱਸਿਆ ਜਿਵੇਂ ਕਬਜ਼ੀ, ਲਾਗ, ਦਰਦਾਂ ਜਾਂ ਬੇਆਰਾਮੀ ਦੇ ਕਾਰਨ ਵੀ ਹੋ ਸਕਦੇ ਹਨ। ਜੇ ਤੁਹਾਨੂੰ ਅਜਿਹਾ ਸ਼ੱਕ ਹੋਵੇ ਤਾਂ ਜੀਪੀ ਨੂੰ ਮਿਲੋ। ਕਈ ਵਾਰੀ ਇਸ ਵਿਵਹਾਰ ਰਾਹੀਂ ਵਿਅਕਤੀ ਆਪਣੀ ਕਿਸੇ ਇਹੋ ਜਿਹੀ ਲੋੜ ਬਾਰੇ ਦੱਸ ਰਿਹਾ ਹੁੰਦਾ ਹੈ ਜੋ ਪੂਰੀ ਨਹੀਂ ਕੀਤੀ ਗਈ ਹੈ। ਮਿਸਾਲ ਲਈ ਕਿ ਉਹ ਬੋਰ ਜਾਂ ਨਿਰਾਸ਼ ਮਹਿਸੂਸ ਕਰ ਰਿਹਾ ਹੈ। ਜੇ ਮੁਸ਼ਕਿਲ ਪੈਦਾ ਕਰਨ ਵਾਲਾ ਵਤੀਰਾ ਜਾਰੀ ਰਹਿੰਦਾ ਹੈ ਜਾਂ ਪਰੇਸ਼ਾਨੀ ਪੈਦਾ ਕਰਦਾ ਹੈ ਤਾਂ ਜੀਪੀ, ਯਾਦਾਸ਼ਤ ਸੇਵਾ, ਕਮਿਊਨਿਟੀ ਮਾਨਸਿਕ ਸਿਹਤ ਨਰਸ ਜਾਂ ਐਡਮਿਰਲ ਨਰਸ ਜੋ ਡਿਮੈਂਸ਼ੀਆ ਵਿੱਚ ਮਾਹਰ ਮਾਨਸਿਕ ਸਿਹਤ ਨਰਸ ਹੁੰਦੀ ਹੈ ਕੋਲੋਂ ਸਲਾਹ ਅਤੇ ਸਹਾਇਤਾ ਮੰਗੋ। ਜੇ ਇਸ ਤਰ੍ਹਾਂ ਦਾ ਵਤੀਰਾ ਜਾਰੀ ਰਹਿੰਦਾ ਹੈ ਅਤੇ ਤੁਸੀਂ ਕਿਸੇ ਡਿਮੈਂਸ਼ੀਆ ਵਿਸ਼ੇਸ਼ੱਗ ਦੇ ਸੰਪਰਕ ਵਿੱਚ ਨਹੀਂ ਹੋ ਤਾਂ ਵਿਸ਼ੇਸ਼ੱਗ ਲਈ ਰੈਫਰਲ ਮੰਗੋ। ਕਈ ਵਾਰੀ ਡਾਕਟਰ ਇਲਾਜ ਵਾਲੀ ਫਿਲਮ ਵਿੱਚ ਦੱਸੀਆਂ ਦਵਾਈਆਂ ਵਿੱਚੋਂ ਕੋਈ ਦਵਾਈ ਦੇਣ ਦੀ ਸਲਾਹ ਦੇ ਸਕਦਾ ਹੈ। ਜੇ ਇਹ ਦਵਾਈਆਂ ਮਦਦ ਨਹੀਂ ਕਰਦੀਆਂ ਤਾਂ ਡਾਕਟਰ ਕੋਈ ਮਨੋਰੋਗ ਰੋਕੂ ਦਵਾਈ ਦੇ ਸਕਦਾ ਹੈ। ਅਜਿਹੀ ਸਥਿਤੀ ਵਿੱਚ ਡਾਕਟਰ ਦੇ ਨਾਲ ਇਸ ਦਵਾਈ ਦੇ ਲਾਭਾਂ ਅਤੇ ਖਤਰਿਆਂ ਬਾਰੇ ਗੱਲ ਕਰੋ। ਦੇਖਭਾਲਕਰਤਾ ਲਈ ਸਹਾਇਤਾ ਬਾਰੇ ਹੋਰ ਜਾਣਕਾਰੀ ਲਈ alzheimers.org.uk/carers ਤੇ ਜਾਓ। ਡਿਮੈਂਸ਼ੀਆ ਵਾਲੇ ਲੋਕਾਂ, ਉਹਨਾਂ ਦੇ ਪਰਿਵਾਰਾਂ ਅਤੇ ਦੇਖਭਾਲ ਕਰਨ ਵਾਲੇ ਲੋਕਾਂ ਲਈ ਅਲਜ਼ਾਈਮਰ ਸੁਸਾਇਟੀ UK ਦੀ ਪ੍ਰਮੁੱਖ ਸਹਾਇਤਾ ਅਤੇ ਖੋਜ ਅਧਿਐਨ ਕਰਨ ਵਾਲੀ ਚੈਰਿਟੀ ਹੈ। ਅਸੀਂ ਡਿਮੈਂਸ਼ੀਆ ਵਾਲੇ ਲੋਕਾਂ ਲਈ ਕਈ ਤਰ੍ਹਾਂ ਦੀਆਂ ਸੇਵਾਵਾਂ ਅਤੇ ਵਸੀਲੇ ਕੌਮੀ ਪੱਧਰ ਤੇ ਮੁਹੱਈਆ ਕਰਦੇ ਹਨ। ਇੰਗਲੈਂਡ, ਵੇਲਜ਼ ਜਾਂ ਉੱਤਰੀ ਆਇਰਲੈਂਡ ਵਿੱਚ ਤੁਸੀਂ ਕਿਧਰੇ ਵੀ ਰਹਿੰਦੇ ਹੋਵੋ, ਇਹ ਸੇਵਾਵਾਂ ਹਰ ਥਾਂ ਤੇ ਉਪਲਬਧ ਹਨ। ਇਹਨਾਂ ਵਿੱਚ ਕੌਮੀ ਡਿਮੈਂਸ਼ੀਆ ਹੈਲਪਲਾਈਨ, ਆਨਲਾਈਨ ਵਿਚਾਰ ਵਟਾਂਦਰੇ ਦਾ ਮੰਚ ਟਾਕਿੰਗ ਪੁਆਇੰਟ, ਜਾਣਕਾਰੀ ਵਾਲੇ ਵਸੀਲੇ ਅਤੇ ਸਿਹਤ ਅਤੇ ਸਮਾਜਿਕ ਦੇਖਭਾਲ ਪੇਸ਼ੇਵਰ ਸ਼ਾਮਲ ਹਨ। ਅਸੀਂ ਸੇਵਾਵਾਂ ਸਥਾਨਕ ਪੱਧਰ ਤੇ ਵੀ ਪ੍ਰਦਾਨ ਕਰਦੇ ਹਾਂ। ਇਹ ਸੇਵਾਵਾਂ ਤੁਹਾਡੇ ਰਹਿਣ ਦੀ ਥਾਂ ਅਤੇ ਉਪਲਬਧ ਫੰਡਿੰਗ ਦੇ ਉੱਪਰ ਨਿਰਭਰ ਕਰਦੀਆਂ ਹਨ। ਇਹਨਾਂ ਸੇਵਾਵਾਂ ਵਿੱਚ ਡਿਮੈਂਸ਼ੀਆ ਸਲਾਹਕਾਰ, ਡਿਮੈਂਸ਼ੀਆ ਸਪੋਰਟ ਵਰਕਰ, ਡਿਮੈਂਸ਼ੀਆ ਕੈਫੇ, ਸਿੰਗਿੰਗ ਫॉर ਦ ਬ੍ਰੇਨ ਪ੍ਰੋਗਰਾਮ, ਡਿਮੈਂਸ਼ੀਆ ਵਾਲੇ ਅਤੇ ਦੇਖਭਾਲ ਕਰਨ ਵਾਲੇ ਲੋਕਾਂ ਲਈ ਸਪੋਰਟ ਗਰੁੱਪ, ਡੇ ਕੇਅਰ, ਹੋਮ ਕੇਅਰ ਅਤੇ ਦੇਖਭਾਲਕਰਤਾ ਲਈ ਜਾਣਕਾਰੀ ਅਤੇ ਸਹਾਇਤਾ ਪ੍ਰੋਗਰਾਮ ਸ਼ਾਮਿਲ ਹਨ। ਸਾਡੀਆਂ ਸੇਵਾਵਾਂ ਬਾਰੇ ਹੋਰ ਜਾਣਕਾਰੀ ਲਈ ਕੌਮੀ ਡਿਮੈਂਸ਼ੀਆ ਹੈਲਪਲਾਈਨ ਨੂੰ 030022221122 ਨੰਬਰ ਤੇ ਫੋਨ ਕਰੋ ਜਾਂ ਵੈਬਸਾਈਟ alzheimers.org.uk ਤੇ ਜਾਓ। ਅਗਲੇ ਕਦਮਾਂ ਦੀ ਜਾਂਚ ਸੂਚੀ। ਇਹ ਉਹਨਾਂ ਕੰਮਾਂ ਦੀ ਸੂਚੀ ਹੈ ਜੋ ਤੁਸੀਂ ਡਿਮੈਂਸ਼ੀਆ ਦਾ ਨਿਦਾਨ ਹੋਣ ਦੇ ਬਾਅਦ ਕਰ ਸਕਦੇ ਹੋ। ਉਹ ਤੁਹਾਨੂੰ ਵਰਤਮਾਨ ਵਿੱਚ ਚੰਗਾ ਜੀਵਨ ਬਿਤਾਉਣ ਅਤੇ ਭਵਿੱਖ ਲਈ ਯੋਜਨਾਵਾਂ ਬਣਾਉਣ ਲਈ ਮਦਦ ਕਰੇਗੀ। ਆਪਣੀ ਬਿਮਾਰੀ ਅਤੇ ਦਵਾਈਆਂ ਨੂੰ ਜ਼ਿਆਦਾ ਚੰਗੀ ਤਰ੍ਹਾਂ ਸਮਝੋ। ਤੁਸੀਂ ਕਿੰਜ ਮਹਿਸੂਸ ਕਰ ਰਹੇ ਹੋ, ਇਸ ਬਾਰੇ ਦੂਜਿਆਂ ਨਾਲ ਗੱਲ ਕਰੋ। ਆਪਣੇ GP ਨੂੰ ਪੁੱਛੋ ਕਿ ਕਿਹੜੇ ਇਲਾਜ ਜਾਂ ਕੰਮ ਤੁਹਾਡੀ ਮਦਦ ਕਰ ਸਕਦੇ ਹਨ। ਯਾਦਦਾਸ਼ਤ ਦੀ ਕਮੀ ਨਾਲ ਨਜਿੱਠਣ ਵਾਲੇ ਕੁਝ ਤਰੀਕੇ ਆਜ਼ਮਾ ਕੇ ਦੇਖੋ।
ਕਸਰਤ ਨੂੰ ਆਪਣੇ ਰੋਜ਼ਾਨਾ ਦੇ ਨੇਮ ਵਿੱਚ ਸ਼ਾਮਿਲ ਕਰੋ ਅਤੇ ਆਪਣੇ ਖਾਣੇ ਨੂੰ ਸੰਤੁਲਿਤ ਬਣਾਓ। ਆਪਣੇ ਜੀਪੀ, ਦੰਦਾਂ ਦੇ ਡਾਕਟਰ, ਅੱਖਾਂ ਦੇ ਡਾਕਟਰ ਅਤੇ ਪੈਰ ਵਿਸ਼ੇਸ਼ੱਗ ਕੋਲੋਂ ਨੇਮ ਨਾਲ ਜਾਂਚ ਕਰਵਾਓ ਅਤੇ ਆਪਣੇ ਲਈ ਅਤੇ ਆਪਣੇ ਦੇਖਭਾਲਕਰਤਾ ਲਈ ਬੈਨੀਫਿਟਾਂ ਦੀ ਜਾਂਚ ਕਰਵਾਓ। ਆਪਣੀ ਵਸੀਅਤ ਲਿਖੋ ਜਾਂ ਅਪਡੇਟ ਕਰੋ ਅਤੇ ਇੱਕ ਅਟਾਰਨੀ ਨਿਯੁਕਤ ਕਰੋ। ਜੇ ਤੁਸੀਂ ਡਰਾਈਵਿੰਗ ਕਰਦੇ ਹੋ ਤਾਂ DVLA ਨੂੰ, DVLNI ਨੂੰ ਅਤੇ ਤੁਹਾਡੀ ਕਾਰ ਦੇ ਬੀਮਾਕਰਤਾ ਨੂੰ ਆਪਣੀ ਬਿਮਾਰੀ ਦੀ ਸੂਚਨਾ ਦਿਓ। ਸੋਸ਼ਲ ਸਰਵਿਸਿਜ਼ ਨੂੰ ਕਮਿਊਨਿਟੀ ਦੇਖਭਾਲ ਮੁਲਾਂਕਣ ਲਈ ਅਤੇ ਦੇਖਭਾਲਕਰਤਾ ਦੇ ਮੁਲਾਂਕਣ ਲਈ ਆਖੋ। ਉਪਲਬਧ ਸੇਵਾਵਾਂ ਦਾ ਪਤਾ ਲਗਾਉਣ ਲਈ ਅਲਜ਼ਾਈਮਰ ਸੁਸਾਇਟੀ ਨਾਲ ਸੰਪਰਕ ਕਰੋ। ਡਿਮੈਂਸ਼ੀਆ ਗਾਈਡ ਬਾਰੇ ਹੋਰ ਜਾਣਕਾਰੀ ਲਈ ਵੈਬਸਾਈਟ alzheimers.org.uk/dementia guide ਤੇ ਜਾਓ। ਉਪਯੋਗੀ ਸੰਸਥਾਵਾਂ। ਐਲਜ਼ਾਈਮਰ ਸੁਸਾਇਟੀ ਦੀ ਕੌਮੀ ਹੈਲਪਲਾਈਨ, ਟੈਲੀਫੋਨ 0300-222-1122, ਈਮੇਲ helpline@alzheimers.org.uk। ਟਾਕਿੰਗ ਪੁਆਇੰਟ ਆਨਲਾਈਨ ਵਿਚਾਰ ਵਟਾਂਦਰੇ ਲਈ ਮੰਚ ਵੇਖੋ alzheimers.org.uk/talking point। ਨਾਗਰਿਕ ਸਲਾਹ ਬਿਊਰੋ CAB ਵੇਖੋ www.citizensadvice.org.uk ਜਾਂ www.adviceguide.org.uk। ਕਿਰਤ ਅਤੇ ਪੈਨਸ਼ਨ ਵਿਭਾਗ ਵੇਖੋ www.dwp.gov.uk/local office ਜਾਂ www.gov.uk। NHS Choices ਵੇਖੋ www.nhs.uk। Office of Public Guardian and Court of Protection, telephone 0300-456-0300 ਜਾਂ email customerservices@publicguardian.gsi.gov.uk ਜਾਂ ਵੇਖੋ www.gov.uk/office-of-public-guardian। Solicitors for the Elderly ਵਕੀਲ ਲੱਭਣ ਵਿੱਚ ਮਦਦ ਲਈ ਟੈਲੀਫੋਨ ਕਰੋ 0844-5676-173 ਜਾਂ ਈਮੇਲ admin@solicitorsfortheelderly.com ਜਾਂ ਵੇਖੋ www.solicitorsfortheelderly.com/public/search। ਹੋਰ ਉਪਯੋਗੀ ਸੰਸਥਾਵਾਂ ਦਾ ਪਤਾ ਲਾਉਣ ਲਈ ਵੇਖੋ alzheimers.org.uk/dementia guide।